ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਅਰਥ ਸ਼ਾਸਤਰੀ ਅਤੇ ਡਿਪਾਰਟਮੈਂਟ ਆਫ ਇਕਨੋਮਿਕ ਸੋਸ਼ੀਓਲੋਜੀ ਦੇ ਸਾਬਕਾ ਮੁਖੀ ਰਹੇ ਤੇ ਨਾਲੋਂ ਨਾਲ ਵੱਡੀ ਗੱਲ ਇਹ ਕਿ ਐਮਐਸਪੀ ਜਿਹੜੀਆਂ ਰეკਮੈਂਡੇਸ਼ਨਸ ਭਾਰਤ ਸਰਕਾਰ ਨੂੰ ਭੇਜੀਆਂ ਜਾਂਦੀਆਂ ਰਹੀਆਂ ਨੇ, ਉਹਨਾਂ ਦੇ ਉਸ ਵਿਭਾਗ ਦੇ ਡਾਇਰੈਕਟਰ ਰਹੇ ਸਰਦਾਰ ਸੁਖਪਾਲ ਸਿੰਘ ਜੀ ਮੌਜੂਦ ਨੇ। ਗੱਲਬਾਤ ਅਸੀਂ ਐਮਐਸਪੀ ਦੇ ਪੇਜ ਉੱਤੇ ਕਰਾਂਗੇ। ਸਰਕਾਰ ਕਿੱਥੇ ਖੜੀ ਆ, ਇਹਦੇ ਵਿੱਚ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਫਾਇਦਾ ਕਿੱਥੇ ਆ, ਕਿਉਂਕਿ ਜੇ ਕਿਸਾਨਾਂ ਦੀ ਆਮਦਨ ਵੱਧਦੀ ਆ ਤਾਂ ਸਿੱਧਾ ਸਿੱਧਾ ਮਜ਼ਦੂਰਾਂ ਨੂੰ ਵੀ ਕਿਤੇ ਨਾ ਕਿਤੇ ਲਾਹਾ ਮਿਲਦਾ। ਨਾਲੋਂ ਨਾਲ ਗੱਲ ਇਹਦੇ ਵਿੱਚ ਇਹ ਵੀ ਆ ਕਿ ਇਹਦੇ ਵਿੱਚ ਸੂਬਾ ਸਰਕਾਰਾਂ ਕਿੱਦਾਂ ਦਾ ਰੋਲ ਅਦਾ ਕਰ ਸਕਦੀਆਂ ਨੇ, ਖਾਸ ਕਰ ਪੰਜਾਬ ਸਰਕਾਰ ਦੀ ਗੱਲ, ਕਿਉਂਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ। ਤੇ ਕਾਰਪੋਰੇਟ ਦਾ ਇੱਥੇ ਕਿੱਥੇ ਜਿਹੜਾ ਪੇਚ ਫਸਦਾ, ਕਾਰਪੋਰੇਟ ਨੂੰ ਆਪਣਾ ਹਿੱਤ ਕਿੱਥੇ ਨਜ਼ਰ ਆਉਂਦਾ, ਜਿਹਦੇ ਵਿੱਚੋਂ ਐਮਐਸਪੀ ਲਾਗੂ ਨਾ ਕਰਨ ਨੂੰ ਲੈ ਕੇ ਜਾਂ ਕਹਿ ਲਓ ਵੀ ਕਿਤੇ ਨਾ ਕਿਤੇ ਤੰਗ ਫਸਾਉਂਦੇ ਨੇ। ਇਹਦੇ ਵਿੱਚ ਖਾਸ ਕਰ ਵਪਾਰੀਆਂ ਦੀ ਵੀ ਗੱਲ ਆਉਂਦੀ ਹੈ ਕਿ ਜਿਹੜੇ ਟ੍ਰੇਡ ਦਾ ਕੰਮ ਕਰਦੇ ਨੇ, ਵਪਾਰੀਆਂ ਨੂੰ ਕਿੱਥੇ ਫਾਇਦਾ ਹੋਣਾ, ਇਹ ਸਾਰਾ ਕੁਝ ਐਮਐਸਪੀ ਦੇ ਨਾਲ ਜੁੜਿਆ। ਸਵਾਗਤ ਹੈ ਤੁਹਾਡਾ ਸੁਖਪਾਲ ਸਿੰਘ ਜੀ। ਜੀ ਸੁਖਵਿੰਦਰ ਸਿੰਘ ਜੀ, ਧੰਨਵਾਦ। ਸਤਿ ਸ੍ਰੀ ਅਕਾਲ। ਸੁਖਪਾਲ ਸਿੰਘ ਜੀ, ਸ਼ੁਰੂਆਤ ਸਵਾਲ ਇਸ ਤੋਂ ਕਿ ਐਮਐਸਪੀ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਜੋ ਕਿਸਾਨਾਂ ਦੀ ਗੱਲ ਹੈ ਉਹ ਅੱਗੇ ਤੁਰਦੀ ਨਜ਼ਰ ਆ ਰਹੀ ਹੈ, ਪਰ ਇਹਦੇ ਵਿੱਚ ਇੱਕ ਰੇੜਕਾ ਜਿਹੜਾ ਫਸਦਾ ਦਿਖਦਾ ਕਿ ਐਮਐਸਪੀ ਨੂੰ ਲੈ ਕੇ ਸਰਕਾਰ ਜਾਂ ਕਹਿ ਲਓ ਕਿ ਜਿਹੜੇ ਸਰਕਾਰ ਪੱਖੀ ਨੇ ਉਹਨਾਂ ਦਾ ਇਹ ਤਰਕ ਹੈ ਕਿ ਸਰਕਾਰ ਨੂੰ ਵਾਧੂ ਜਿਹੜਾ ਬੋਝ ਪੈ ਜਾਣਾ ਉਹ ਲੱਖਾਂ ਕਰੋੜ ਦੇ ਵਿੱਚ ਵੀ ਹੋ ਸਕਦਾ, ਇਸ ਕਰਕੇ ਉਹ ਸਾਰਾ ਕੁਝ ਕਿੱਦਾਂ ਝੱਲਿਆ ਜਾਊਗਾ। ਨਾਲੋਂ ਨਾਲ ਫਸਲ ਦੀ ਪ੍ਰੋਕਿਉਰਮੈਂਟ ਦੀ ਵੀ ਗੱਲ ਕਰਦੇ ਨੇ ਕਿ ਫਸਲ ਇੰਨੀ ਜ਼ਿਆਦਾ ਫਸਲ ਕਿੱਥੇ ਸਾਂਭ ਸੰਭਾਲ ਹੋਏਗੀ, ਪਹਿਲਾਂ ਹੀ ਸਰਕਾਰ ਦੇ ਸਟਾਕ ਭਰੇ ਨੇ ਤੇ ਸਰਕਾਰ ਨੂੰ ਸਬਸਿਡੀਆਂ ਦੇ ਰਾਹੀਂ ਉਸ ਫਸਲ ਨੂੰ ਇੱਧਰ ਉੱਧਰ ਕਰਨਾ ਪੈਂਦਾ। ਇਹ ਬੜਾ ਜਿਹੜਾ ਐਮਐਸਪੀ ਦਾ ਫਿਕਸ ਕਰਨ ਦਾ ਜਿਹੜਾ ਮਸਲਾ ਹੈ, ਇਹ ਬੜਾ ਗੰਭੀਰ ਹੈ ਇਸ ਵੇਲੇ, ਕਿਉਂਕਿ ਤੰਨੇ ਕਾਨੂੰਨ ਦੇ ਖਾਤਮੇ ਤੋਂ ਬਾਅਦ ਇੱਕ ਗੱਲ ਸਾਡੇ ਸਾਹਮਣੇ ਵੱਡੀ ਆ ਕੇ ਖੜਦੀ ਹੈ ਕਿ ਫਸਲਾਂ ਦੇ ਜਿਹੜੇ ਲਾਹੇਵੰਦ ਭਾਅ ਨੇ ਉਹ ਕਿਵੇਂ ਮਿਲਣ। ਤਾਂ ਇਹ ਇੱਕ ਮੁੱਖ ਮੰਗ ਅੱਜ ਜਿਹੜੀ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਬਣਦੀ ਹੈ। ਤਾਂ ਇਹਦੇ ਵਿੱਚੋਂ ਜੋ ਸਾਡੇ ਸਾਹਮਣੇ ਇਹ ਰੱਖ ਰਹੀ ਹੈ ਕਿ ਇਹ ਦੇਣਾ ਬਹੁਤ ਮੁਸ਼ਕਲ ਹੈ, ਕਿਉਂਕਿ ਇਹਦੇ ਨਾਲ ਇੱਕ ਵੱਡੀ ਗੱਲ ਉਹਨਾਂ ਵੱਲੋਂ ਆ ਰਹੀ ਹੈ ਕਿ ਇਹਦੇ ਵਾਸਤੇ ਬਹੁਤ ਵੱਡੇ ਪੈਸੇ ਦੀ ਲੋੜ ਹੈ। ਜਿਹੜਾ ਜਦੋਂ ਪ੍ਰੋਟੈਸਟ ਕਰ ਰਹੇ ਫਾਰਮਰ ਸੀ, ਉਹਨਾਂ ਨਾਲ ਮੀਟਿੰਗ ਹੁੰਦੀ ਸੀਗੀ, 11 ਮੀਟਿੰਗਾਂ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਇਹ ਗੱਲ ਰੱਖੀ ਗਈ ਸੀ ਕਿ ਐਮਐਸਪੀ ਸਾਰੀਆਂ ਫਸਲਾਂ ਦੀ ਦੇਣ ਵਾਸਤੇ ਸਾਨੂੰ 17 ਲੱਖ ਕਰੋੜ ਰੁਪਏ ਦੀ ਰਕਮ ਚਾਹੀਦੀ, ਜਿਹੜੀ ਬਹੁਤ ਵੱਡੀ ਰਕਮ ਹੈ, ਭਾਰਤ ਸਰਕਾਰ ਇਹ ਨਹੀਂ ਦੇ ਸਕਦੀ। ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਭਾਰਤ ਸਰਕਾਰ ਜਦੋਂ ਦੀ ਹਰੀ ਕ੍ਰਾਂਤੀ ਦਾ ਮਾਡਲ ਆਇਆ ਉਦੋਂ ਦੀ ਇਹ ਐਮਐਸਪੀ ਜਿਹੜੀ ਫਿਕਸ ਕਰਦੀ ਰਹੀ ਹੈ। ਤਾਂ ਐਮਐਸਪੀ ਫਿਕਸ ਕਰਨ ਦੇ ਵਿੱਚ ਦੋ ਗੱਲਾਂ ਸਾਡੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਸ਼ੁਰੂ ਦੇ ਵਿੱਚ ਜਦੋਂ ਝਾਕ ਕਮੇਟੀ ਨੇ ਇਹ ਦੋ ਸੰਸਥਾਵਾਂ ਬਣਾਈਆਂ, ਕਮਿਸ਼ਨ ਫਾਰ ਐਗਰੀਕਲਚਰ ਕਾਂਸਟੈਂਟ ਪ੍ਰਾਈਸ, ਜਿਹੜਾ ਉਸ ਵੇਲੇ ਏਪੀਸੀ ਸੀ, ਐਗਰੀਕਲਚਰ ਪ੍ਰਾਈਸ ਕਮਿਸ਼ਨ, ਉਸ ਤੋਂ ਬਾਅਦ ਫੂਡ ਕਾਰਪੋਰੇਸ਼ਨ ਆਫ ਇੰਡੀਆ, ਕਿ ਅਸੀਂ ਲੋਕਾਂ ਤੋਂ, ਕਿਸਾਨਾਂ ਤੋਂ ਪ੍ਰੋਡਕਸ਼ਨ ਨੂੰ ਖਰੀਦਣਾ, ਫਿਰ ਲੋਕਾਂ ਦੇ ਵਿੱਚ ਵੰਡਣਾ ਕੰਜ਼ਿਊਮਰ ਦੇ ਵਿੱਚ, ਕਿ ਕਿਸਾਨਾਂ ਨੂੰ ਵੀ ਭਾਅ ਵਧੀਆ ਦੇ ਦੇਣਾ ਐਮਐਸਪੀ, ਤੇ ਉਸ ਤੋਂ ਬਾਅਦ ਸਸਤੇ ਰੇਟਾਂ ਉੱਤੇ ਅਸੀਂ ਜਿਹੜਾ ਗਰੀਬਾਂ ਨੂੰ ਦੇਣਾ ਤੇ ਅਨਾਜ ਬਾਕੀ ਲੋਕਾਂ ਨੂੰ ਜਿਹੜਾ ਮੁਹੱਈਆ ਕਰਾਉਣਾ। ਇਹਦੇ ਵਿੱਚ ਦੋ ਚੀਜ਼ਾਂ ਉਸ ਵੇਲੇ ਜਿਹੜੀਆਂ ਫਿਕਸ ਕੀਤੀਆਂ ਜਾਂਦੀਆਂ ਸੀ। ਇੱਕ ਮਿਨੀਮਮ ਸਪੋਰਟ ਪ੍ਰਾਈਸ, ਕਿ ਘੱਟੋ ਘੱਟ ਸਹਾਇਕ ਕੀਮਤ, ਕਿਹਦੇ ਨਾਲ ਕੀਤੀ ਜਾਂਦੀ ਪ੍ਰੋਕਿਉਰਮੈਂਟ ਪ੍ਰਾਈਸ। ਤਾਂ ਪ੍ਰੋਕਿਉਰਮੈਂਟ ਦਾ ਮਤਲਬ ਇਹ ਸੀਗਾ ਕਿ ਇੰਨੀ ਕੁ ਕੀਮਤ ਉੱਤੇ ਖਰੀਦ ਹੋ ਜੇ ਮੰਡੀ ਦੇ ਵਿੱਚ, ਠੀਕ ਹੈ, ਤਾਂ ਨਹੀਂ ਸਰਕਾਰ ਇਹ ਗਰੰਟੀ ਕਰਦੀ ਸੀ ਕਿ ਘੱਟੋ ਘੱਟ ਇੰਨੇ ਕੁ ਤਾਂ ਅਸੀਂ ਦੇ ਦਾਂਗੇ। ਇਹ ਦੋ ਕੀਮਤਾਂ ਜਿਹੜੀਆਂ ਨਿਸ਼ਚਿਤ ਹੁੰਦੀਆਂ ਰਹੀਆਂ ਨੇ ਵੀ ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਦਾ ਮਤਲਬ ਕਿ ਇੰਨੀ ਕੁ ਤਾਂ ਬਣਦੀ ਹੀ ਹੈ, ਇੰਨੇ ਕੁ ਖਰਚਿਆਂ ਦੇ ਹਿਸਾਬ ਨਾਲ ਤਾਂ ਕਿਸੇ ਬੰਦੇ ਨੂੰ ਪ੍ਰੋਡਕਸ਼ਨ 'ਚ ਦੇਣੀ ਦੇਣਾ। ਉਸ ਤੋਂ ਉੱਪਰ ਇੱਕ ਖਰੀਦ ਕੀਮਤ ਹੋਰ ਹੁੰਦੀ ਸੀ, ਜਿਹਨੂੰ ਅਸੀਂ ਪ੍ਰੋਕਿਉਰਮੈਂਟ ਪ੍ਰਾਈਸ ਕਹਿੰਦੇ ਸੀ, ਕਿ ਇਹਦੇ ਉੱਤੇ ਕੋਈ ਵਪਾਰੀ ਖਰੀਦ ਲੇ, ਜਦੋਂ ਕੋਈ ਨਹੀਂ ਖਰੀਦੂਗਾ ਫਿਰ ਅਸੀਂ ਇਸ ਤੇ ਖਰੀਦ ਲਾਂਗੇ। ਪਰ ਹੌਲੀ ਹੌਲੀ ਕੀ ਹੋਇਆ ਕਿ ਘੱਟੋ ਘੱਟ ਉੱਤੇ ਵੀ ਜਿਹੜੀ ਖਰੀਦਣੀ ਹੈ, ਜਿਹੜੀ ਉਹ ਵੀ ਥੋੜ੍ਹੀਆਂ ਜਿਹੀਆਂ ਫਸਲਾਂ, ਤੇ ਉਹ ਵੀ ਬੰਦ ਹੋ ਗਈ। 23 ਫਸਲਾਂ ਦਾ ਮੁੱਲ ਨਿਰਧਾਰਿਤ ਕੀਤਾ ਜਾਂਦਾ ਹੈ, ਪਰ ਸਿਲੈਕਟਿਵ ਜੀਆਂ ਕੁਛ ਤੇ ਸਿਲੈਕਟਿਵ ਜੇ ਕੁਛ ਏਰੀਏ ਦੇ ਵਿੱਚ, ਜਿਵੇਂ ਕਣਕ, ਝੋਨਾ, ਥੋੜ੍ਹੀਆਂ ਜਿਹੀਆਂ ਦਾਲਾਂ, ਇਹ ਜਾਂ ਇਹਦੇ ਨਾਲ ਜਿਹੜਾ ਹੈਗਾ ਥੋੜ੍ਹੀਆਂ ਕਮਰਸ਼ੀਅਲ ਕ੍ਰੌਪਸ, ਉਹਦੀ ਖਰੀਦ ਹੁੰਦੀ ਹੈ। ਤੇ ਇਹ ਵੀ ਕੁਛ ਇਲਾਕਿਆਂ 'ਚ ਹੁੰਦੀ ਹੈ, ਪੰਜਾਬ, ਹਰਿਆਣਾ ਜਾਂ ਯੂਪੀ ਦੇ ਕੁਛ ਇਲਾਕਿਆਂ ਦੇ ਵਿੱਚ ਹੀ ਐਮਐਸਪੀ ਜਿਹੜੀ ਹੈਗੀ ਜਿਹੜੀ ਇਫੈਕਟਿਵ ਹੈ। ਬਾਕੀ ਇਲਾਕਿਆਂ ਦੇ ਵਿੱਚ ਐਮਐਸਪੀ ਜਿਹੜੀ ਉਹ ਨਹੀਂ ਦਿੱਤੀ ਜਾਂਦੀ, ਸਿਰਫ ਅਨਾਊਂਸ ਕੀਤੀ ਜਾਂਦੀ ਹੈ। ਅਨਾਊਂਸ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਜੇਕਰ ਤੁਸੀਂ ਖਰੀਦਣੀ ਨਹੀਂ, ਕਿਉਂਕਿ ਉਸ ਐਮਐਸਪੀ ਦੇ ਉੱਤੇ, ਮਿਨੀਮਮ ਸਪੋਰਟ ਪ੍ਰਾਈਸ ਉੱਤੇ ਕੋਈ ਵੀ ਖਰੀਦ ਨਹੀਂ ਹੁੰਦੀ। ਇਸੇ ਕਰਕੇ ਦੂਜੇ
ਤੋਂ ਇੱਧਰ ਨੂੰ ਆ ਜਾਂਦਾ ਹੈ। ਤੇ ਹੁਣ ਸਾਡੀ ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਵਾਸਤੇ 17 ਲੱਖ ਕਰੋੜ ਰੁਪਇਆ ਚਾਹੀਦਾ ਹੈ। ਅਸੀਂ ਐਸਟੀਮੇਟ ਕੀਤਾ ਕਿ ਜੇ ਪੂਰੇ ਭਾਰਤ ਦੇ ਵਿੱਚ ਜਿੰਨਾ ਪ੍ਰੋਡਕਸ਼ਨ 23 ਫਸਲਾਂ ਦਾ ਹੁੰਦਾ ਹੈ, ਜਿਹਦੇ ਵਿੱਚੋਂ 7 ਜਿਹੜੀਆਂ ਅਨਾਜ ਵਾਲੀਆਂ ਫਸਲਾਂ ਨੇ, 7 ਤੇਲ ਬੀਜਾਂ ਨੇ, ਜਿਹੜੀਆਂ 5 ਜਿਹੜੇ ਹੈਗੀਆਂ ਨੇ ਦਾਲਾਂ ਨੇ, ਤੇ 4 ਕਮਰਸ਼ੀਅਲ ਕ੍ਰੌਪਸ ਨੇ, ਇਹ 23 ਫਸਲਾਂ ਨੇ ਜਿਹੜੀਆਂ, ਉਹਨਾਂ ਦਾ ਜੇਕਰ ਪੂਰੇ ਦਾ ਪੂਰਾ ਪ੍ਰੋਡਕਸ਼ਨ ਅਸੀਂ ਜਿੰਨਾ ਹੁੰਦਾ ਹੈ ਭਾਰਤ ਦੇਸ਼ ਦੇ ਵਿੱਚ, ਉਹਨੂੰ ਜੇਕਰ ਅਸੀਂ MSP ਉੱਤੇ ਖਰੀਦਣਾ ਹੋਵੇ ਤਾਂ ਉਹ 9 ਲੱਖ ਕਰੋੜ ਰੁਪਏ ਦਾ ਹੀ ਬਣਦਾ। ਤੇ ਕਿਉਂਕਿ ਸਾਰੇ ਦਾ ਸਾਰਾ ਮਾਰਕੀਟ ਵਿੱਚ ਨਹੀਂ ਜਾਂਦਾ, ਖਾਣ ਲਈ ਕਣਕ ਰੱਖੀ ਜਾਂਦੀ ਹੈ, ਚਾਵਲ ਰੱਖੇ ਜਾਂਦੇ, ਬਾਕੀ ਚੀਜ਼ਾਂ ਬੀਜ ਲਈ, ਪਸ਼ੂਆਂ ਲਈ ਚਾਰਾ ਰੱਖਿਆ ਜਾਂਦਾ, ਇਸ ਹਿਸਾਬ ਨਾਲ ਇਹ 8 ਲੱਖ ਤੋਂ ਵੀ ਥੋੜਾ ਘੱਟ ਬਣਦਾ ਹੈ ਇਹਦਾ ਮੁੱਲ। ਇੰਨਾ ਕੁ ਪੈਸਾ ਸਰਕਾਰ ਨੂੰ ਚਾਹੀਦਾ ਖਰੀਦਣ ਲਈ। ਉਸ ਤੋਂ ਬਾਅਦ ਸਰਕਾਰ ਕਹਿੰਦੀ ਕਿ ਅਸੀਂ ਖਰੀਦਣ ਲਈ ਨਾਲ ਦੀ ਨਾਲ ਸਾਨੂੰ ਹੋਰ ਚੀਜ਼ਾਂ ਵੀ ਪੈਸੇ ਸਾਡੇ ਕਾਫੀ ਲੱਗ ਜਾਂਦੇ ਨੇ, ਕਿਉਂਕਿ ਅਸੀਂ ਸਟੋਰੇਜ ਕਰਦੇ ਹਾਂ, ਬਾਕੀ ਚੀਜ਼ਾਂ ਕਰਦੇ, ਉਹਦੇ ਵਾਸਤੇ ਅਸੀਂ ਸੋਚਿਆ ਕਿ 15 ਤੋਂ 20% ਹੋ ਸਕਦਾ ਹੈ। ਤਾਂ ਇਹ 10 ਲੱਖ ਕਰੋੜ ਰੁਪਏ ਨਾਲ ਹੀ ਸਰ ਸਕਦਾ ਹੈ ਜੇਕਰ ਸਾਡਾ ਐਫੀਸ਼ੀਐਂਟ ਸਿਸਟਮ ਹੈ। ਇਹ ਵੀ ਪੈਸਾ ਇੱਕਦਮ ਨਹੀਂ ਚਾਹੀਦਾ, ਇਹ ਪੈਸਾ ਵੀ ਸਾਨੂੰ 2 ਸਾਡੇ ਮੁੱਖ ਸੀਜ਼ਨ ਨੇ, ਹਾੜੀ ਤੇ ਸੌਣੀ, ਉਸ ਤੋਂ ਬਾਅਦ ਛੋਟੇ ਛੋਟੇ ਸੀਜ਼ਨ ਨੇ, 3-4 ਹਿੱਸਿਆਂ ਦੇ ਵਿੱਚ ਚਾਹੀਦਾ। ਜਦੋਂ ਨੂੰ ਪਹਿਲਾ ਜਿਹੜਾ ਹੈਗਾ, ਜਿਵੇਂ ਹਾੜੀ ਦੇ ਫਸਲ ਦੇ ਪੈਸੇ ਆ ਜਾਂਦੇ ਨੇ, ਉਦੋਂ ਅਸੀਂ ਸੋਣੀ ਖਰੀਦਣੀ ਹੁੰਦੀ ਹੈ। ਇਹ ਇੰਨਾ ਪੈਸਾ ਪਹਿਲੀ ਮਾਰਕੀਟ ਦੇ ਵਿੱਚ ਲੱਗਿਆ ਹੋਇਆ ਹੈ, ਸਰਕਾਰ ਨੇ ਪਹਿਲੀ ਬਫਰ ਸਟਾਕ PDS ਦੇ ਵਿੱਚ ਦੇਣ ਦੇ ਲਈ ਰੱਖਿਆ ਹੋਇਆ ਹੈ। ਸਾਡੇ ਕੋਲ ਅਨਾਜ ਪਿਆ, ਉਹ ਹੋਲਸੇਲ ਦੇ ਵਿੱਚ ਵੀ ਜੇਕਰ ਇਹ ਅਸੀਂ ਖਰੀਦ ਕੇ ਵੇਚ ਦਿੰਦੇ ਹਾਂ ਥੋੜਾ ਆਫ ਸੀਜ਼ਨ ਦੇ ਵਿੱਚ, ਤਾਂ ਲਗਭਗ ਇੰਨੇ ਹੀ ਪੈਸੇ ਸਰਕਾਰ ਨੂੰ ਉਹ ਪੈਸੇ ਆ ਜਾਂਦੇ ਨੇ। ਕਿਉਂਕਿ ਸਰਕਾਰ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਅਜਾਈ ਪੈਸਾ ਜਾ ਰਿਹਾ ਹੈ, ਉਹ ਇੱਕ ਫਸਲ ਖਰੀਦ ਰਹੀ ਹੈ, ਖਰੀਦ ਕੇ ਫਸਲ ਦਾ ਮਾਰਕੀਟ ਦੇ ਵਿੱਚ ਮੁੱਲ ਹੈਗਾ, ਪਹਿਲੀ ਕਣਕ ਸਾਰਾ ਸਾਲ ਵਿਕਦੀ ਹੈ ਔਰ ਮਹਿੰਗੀ ਵਿਕਦੀ ਹੈ, ਤਾਂ ਚਾਵਲ ਵੀ ਇਸੇ ਤਰ੍ਹਾਂ ਉਹਦੀ ਛੋਟੀ ਸੈਲਿੰਗ ਕਰਕੇ ਉਹ ਮਹਿੰਗੇ ਵਿਕਦੇ ਨੇ। ਤਾਂ ਇਹ ਜੇਕਰ ਸਰਕਾਰ ਸਾਰੀ ਫਸਲਾਂ ਦੀ ਖਰੀਦ ਬਿਲਕੁਲ ਕਰ ਸਕਦੀ ਹੈ, ਤੇ ਇਹਦੇ ਨਾਲ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਵੀ ਇਹਦੇ ਨਾਲ ਮਜ਼ਦੂਰਾਂ ਨੂੰ ਜਾਂ ਦੂਜੇ ਗਰੀਬ ਵਰਗ ਨੂੰ ਨੁਕਸਾਨ ਹੋਊਗਾ, ਇਹ ਬਿਲਕੁਲ ਨਹੀਂ ਹੈਗਾ। ਕਿਉਂਕਿ ਇਹ ਜਿਹੜਾ MSP ਨਾ ਦੇਣ ਦਾ ਜਿਹੜਾ ਫਾਇਦਾ ਹੁੰਦਾ ਹੈ, ਉਹ ਇਹ ਨਹੀਂ ਕਿ ਫਸਲ ਸਸਤੀ ਹੋ ਜਾਂਦੀ ਹੈ, ਉਹਦੇ ਨਾਲ ਸਿਰਫ ਟਰੇਡਰ ਨੇ ਜਿਹੜੇ ਉਹ ਕਿਵੇਂ ਨਾ ਕਿਵੇਂ ਕਰਕੇ ਵੱਧ ਭਾਅ ਤੇ ਵੇਚਦੇ ਨੇ, ਤੇ ਗਰੀਬ ਲੋਕਾਂ ਨੂੰ, ਖਾਣ ਵਾਲਿਆਂ ਨੂੰ, ਕੰਜ਼ੂਮਰਾਂ ਨੂੰ, ਭੋਗੀਆਂ ਨੂੰ ਉਹੀ ਰੇਟ ਤੇ ਮਿਲਦਾ ਪਹਿਲਾਂ ਵੀ। ਜੇਕਰ ਫਸਲ ਦਾ ਮੁੱਲ ਜਿਹੜਾ ਕਿਸਾਨਾਂ ਨੂੰ ਘੱਟ ਮਿਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਫਸਲ ਸਸਤੀ ਹੋ ਜਾਊਗੀ। ਇਹ ਫਸਲ ਦਾ ਜਿਹੜੇ ਵਿੱਚ ਜਿਹੜੇ ਮਤਲਬ ਬੰਦੇ ਉਸ ਕੰਮ ਦੇ ਵਿੱਚ ਪਏ ਹੋਏ ਨੇ, ਉਹ ਟਰੇਡਰ ਨੇ, ਉਹ ਫਾਇਦਾ ਲੈ ਜਾਂਦੇ ਨੇ। ਕੰਜ਼ੂਮਰ ਨੂੰ ਫਿਰ ਆਟਾ ਉਸੇ ਭਾਅ ਹੀ ਮਿਲਣਾ ਹੈ, ਕੰਜ਼ੂਮਰ ਨੂੰ ਚਾਵਲ ਨੇ ਜਿਹੜੇ ਉਸੇ ਭਾਅ ਮਿਲਦੇ ਨੇ, ਇਸ ਕਰਕੇ ਉਹਨਾਂ ਤੇ ਨਹੀਂ ਅਸਰ ਹੋਣਾ। ਸਗੋਂ ਸਰਕਾਰ ਨੇ ਜੇਕਰ ਖਰੀਦ ਬੰਦ ਕਰਤੀ ਤਾਂ ਕੰਜ਼ੂਮਰਾਂ ਨੂੰ ਜਿਹੜਾ ਅਸੀਂ ਰਾਸ਼ਨ ਕਾਰਡਾਂ ਤੇ ਜਾਂ ਅਸੀਂ ਅੰਤੋਦਿਆ ਸਕੀਮ ਦੇ ਵਿੱਚ ਗਰੀਬਾਂ ਨੂੰ ਕੁਝ ਅਸੀਂ ਜਿਹੜਾ ਸਪਲਾਈ ਕਰਦੇ ਹਾਂ ਪਬਲਿਕ ਡਿਸਟ੍ਰੀਬਿਊਸ਼ਨ ਤੇ ਵੰਡ ਪ੍ਰਣਾਲੀ ਦੇ ਵਿੱਚ, ਉਹ ਸਗੋਂ ਬੰਦ ਹੋ ਜਾਣਾ, ਤੇ ਉਹਦੇ ਨਾਲ ਜਿਹੜਾ ਜਿੰਨਾ ਵੀ ਸਾਡੀ ਜਿਹੜੀ ਗਰੀਬੀ ਹੈ ਉਹਦੇ ਨਾਲ ਹੋਰ ਵਾਧਾ ਹੋਣਾ। ਕਿਉਂਕਿ ਗਰੀਬਾਂ ਤੱਕ ਕੋਈ ਵੀ ਕਿਸੇ ਅਦਾਰੇ ਪ੍ਰਾਈਵੇਟ ਨਹੀਂ ਪਹੁੰਚਣਾ, ਸਰਕਾਰ ਦੇ ਆਬਜੈਕਟਿਵ ਆਉਂਦਾ ਹੈ, ਇਹ ਸਰਕਾਰ ਨੂੰ ਹੀ ਇੱਥੇ ਪੈਸੇ ਖਰਚ ਕਰਨੇ ਚਾਹੀਦੇ, ਤੇ ਇਹਦੇ ਨਾਲ ਗਰੀਬਾਂ ਨੂੰ ਨੁਕਸਾਨ ਹੋਊ। ਜੀ ਬਿਲਕੁਲ ਇਸੇ ਕਰਕੇ ਕਿਹਾ ਜਾਂਦਾ ਕਿ MSP ਦਾ ਕਾਨੂੰਨ ਬਣਨਾ। ਪਰ ਸੁਖਪਾਲ ਸਿੰਘ ਜੀ, ਜਦੋਂ ਗੱਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਦੀ ਹੁੰਦੀ ਹੈ ਕਿ ਅੱਜ ਜਿਹੜੀ ਆਮਦਨ ਹੈ ਉਹ ਜੇਕਰ MSP ਦਾ ਕਾਨੂੰਨ ਬਣਦਾ ਹੈ, ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਦੁੱਗਣੀ ਕਰ ਦੇਣਾ, ਹੁਣ MSP ਦਾ ਕਾਨੂੰਨ ਬਣਨ ਦੇ ਨਾਲ ਦੁੱਗਣੀ ਹੁੰਦੀ ਹੈ ਕਿ ਤਿੱਗਣੀ ਹੁੰਦੀ ਹੈ, ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ ਕਿ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਵੀ ਕਿੱਥੇ ਫਾਇਦਾ ਹੁੰਦਾ ਇਹਦੇ ਨਾਲ। ਇਸ ਗੱਲ ਦਾ ਬੜਾ ਜਿਹੜਾ ਹੈਗਾ ਪਿਛਲੇ ਸਮੇਂ 'ਚ ਸਾਡੇ ਰੌਲਾ ਪੈ ਰਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਡਬਲ ਫਾਰਮਿੰਗ ਦੇ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਾਂ ਹੋਈਆਂ, ਮੈਂ ਵੀ ਉਸ ਮੀਟਿੰਗ ਦੇ ਵਿੱਚ ਜਿਹੜਾ ਜਦੋਂ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ ਉਸ ਦੇ ਵਿੱਚ ਸ਼ਾਮਲ ਸੀਗਾ ਦਿੱਲੀ ਦੇ ਵਿੱਚ, ਤਾਂ ਉਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਰਹੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਪ੍ਰੋਡਕਸ਼ਨ ਦੇ ਨਾਲ ਜਿਹੜਾ ਮੰਡੀ ਕਰਨਾ ਉਹਨੂੰ ਠੀਕ ਕੀਤਾ ਜਾਵੇ, ਤਾਂਹੀਓ ਜਿਹੜਾ ਹੈਗਾ ਕੁਛ ਕਮਾ ਸਕਣਗੇ। ਤਾਂ ਮੰਡੀਕਰਨ ਦੇ ਵਿੱਚ ਮੁੱਖ ਹੁੰਦਾ ਕਿ ਉਹਨਾਂ ਦੇ ਫਸਲਾਂ ਦਾ ਭਾਅ, ਤਾਂ ਇਹ ਫਸਲਾਂ ਦਾ ਭਾਅ ਦੇਣ ਤੋਂ ਬਿਨਾਂ ਕਦੇ ਵੀ ਜਿਹੜੀ ਕਿਸਾਨ ਹੈ ਉਹਦੀ ਆਮਦਨ ਦੁੱਗਣੀ ਨਹੀਂ ਹੋ ਜਾਂਦੀ। ਅੱਜ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਇੱਕ ਪਾਸੇ ਰਹੀ, ਉਹ ਆਮਦਨ ਤਾਂ ਰੀਅਲ ਜਿਹੜਾ ਫੋਰਮ ਦੇ ਵਿੱਚ ਘਟ ਰਹੀ ਹੈ। ਕਿਉਂਕਿ ਕਿਸਾਨ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀ ਕਰ ਰਹੇ ਨੇ, ਉਹ ਕਰਜ਼ਾਈ ਨੇ, ਉਹ ਖੇਤੀ ਚੋਂ ਬਾਹਰ ਹੋ ਰਹੇ ਨੇ। ਹਰ ਰੋਜ਼ ਸਰਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਹਿਸਾਬ ਦੇ ਨਾਲ, ਡਾਟੇ ਦੇ ਹਿਸਾਬ ਦੇ ਨਾਲ ਹੀ ਹਰ ਰੋਜ਼ 28 ਬੰਦੇ ਨੇ ਜਿਹੜੇ ਖੁਦਕੁਸ਼ੀਆਂ ਕਰ ਜਾਂਦੇ ਨੇ। ਪੰਜਾਬ ਦੇ ਵਿੱਚ 2 ਕਿਸਾਨ 1 ਮਜ਼ਦੂਰ ਹਰ ਰੋਜ਼ ਖੁਦਕੁਸ਼ੀ ਕਰ ਰਿਹਾ ਪਿਛਲੇ 20 ਸਾਲਾਂ ਤੋਂ ਦੇ ਵਿੱਚ ਹਰ ਸਾਲ। ਤਾਂ ਹਰ ਰੋਜ਼ 3 ਬੰਦੇ ਪੰਜਾਬ ਦੇ ਵਿੱਚ, ਹਰ ਰੋਜ਼ 28 ਬੰਦੇ ਜਿਹੜੇ ਭਾਰਤ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਹਰ ਰੋਜ਼ ਇੰਡੀਆ ਦੇ ਵਿੱਚ 2500 ਬੰਦਾ ਖੇਤੀ ਤੋਂ ਬਾਹਰ ਹੋ ਜਾਂਦਾ, ਖੇਤੀ ਛੱਡ ਜਾਂਦਾ ਹਰ ਰੋਜ਼।
ਇਹਦਾ ਮਤਲਬ ਕਿ ਛੋਟੀ ਕਿਸਾਨੀ ਹੈ ਜਿਹੜੀ ਉਹ ਖੇਤੀ ਚੋਂ ਨਿਕਲ ਰਹੀ ਹੈ। ਇਸ ਤਰ੍ਹਾਂ ਹੀ ਮਜ਼ਦੂਰਾਂ ਨੂੰ ਖੇਤੀ ਦੇ ਵਿੱਚ ਕੰਮ ਨਹੀਂ ਮਿਲਦਾ। ਤਾਂ ਇਹ ਜੇਕਰ ਅਸੀਂ ਜਿਹੜਾ MSP ਦੇਵਾਂਗੇ, ਇਹਦੇ ਨਾਲ ਸਾਡੀਆਂ ਦੂਜੀਆਂ ਫਸਲਾਂ ਵੀ ਆ ਜਾਣਗੀਆਂ, ਮਜ਼ਦੂਰਾਂ ਨੂੰ ਇੱਥੇ ਕੰਮ ਵੀ ਮਿਲੂਗਾ। ਇਹ ਜੇਕਰ ਖੇਤੀ ਵਾਇਬਲ ਹੋਊਗੀ ਤਾਂ ਹੀ ਉਹ ਮਜ਼ਦੂਰਾਂ ਨੂੰ ਕੰਮ ਮਿਲਣਾ, ਤਾਂ ਹੀ ਉਹਨਾਂ ਨੂੰ ਖਾਦ ਪਦਾਰਥ ਜਿਹੜੇ ਠੀਕ ਮਿਲਦੇ ਨੇ। ਤਾਂ ਇਹ ਦੋਵੇਂ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਦੂਜੇ ਨਾਲ ਸੰਬੰਧ ਹੈ। ਇਸ ਤਰ੍ਹਾਂ ਨਹੀਂ ਕਿ ਮਜ਼ਦੂਰਾਂ ਨੂੰ ਤਾਂ ਕੋਈ ਨੁਕਸਾਨ ਹੈ। MSP ਜੇਕਰ ਦਿੱਤੀ ਜਾਊਗੀ, ਜੇਕਰ ਖੇਤੀ ਸੈਕਟਰ ਦੇ ਵਿੱਚ ਆਮਦਨ ਹੋਊਗੀ ਤਾਂ ਹੀ ਉਹਨੇ ਪਰਕੋਲੇਟ ਹੋ ਕੇ ਮਜ਼ਦੂਰਾਂ ਕੋਲ ਚਲੀ ਜਾਣਾ। ਤੇ ਇਹ ਜ਼ਰੂਰੀ ਹੈ ਕਿ ਖੇਤੀ ਦਾ ਸੰਕਟ, ਉਹ ਭਾਵੇਂ ਕਰਜ਼ੇ ਦਾ ਸੰਕਟ ਹੈ, ਖੇਤੀ ਛੱਡਣ ਦਾ ਸੰਕਟ ਹੈ, ਖੁਦਕੁਸ਼ੀਆਂ ਦਾ ਸੰਕਟ ਹੈ, ਭਾਵੇਂ ਮਜ਼ਦੂਰਾਂ ਦੀ ਇੰਪਲਾਇਮੈਂਟ ਦਾ ਸੰਕਟ ਹੈ, ਜਾਂ ਉਹਨਾਂ ਦੀ ਦਿਹਾੜੀ ਦਾ ਸੰਕਟ ਹੈ। ਇਹ ਸਾਰਾ ਕੁਝ ਤਾਂ ਹੀ ਠੀਕ ਹੋ ਸਕਦਾ ਹੈ ਜੇਕਰ ਅਸੀਂ ਖੇਤੀ ਨੂੰ ਪਾਏਦਾਰ ਬਣਾਵਾਂਗੇ, ਤੇ ਉਹ MSP ਨਾਲ ਹੀ ਹੋ ਸਕਦੀ ਹੈ। MSP ਤਾਂ ਘੱਟੋ ਘੱਟ ਸਾਨੂੰ ਦੇਣੀ ਪਊਗੀ। ਜੇਕਰ ਅਸੀਂ ਕਿਸਾਨੀ ਨੂੰ ਖੇਤੀ ਦੇ ਵਿੱਚ ਰੱਖਣਾ, ਲੋਕਾਂ ਨੂੰ ਇਸ ਰੁਜ਼ਗਾਰ ਦੇ ਵਿੱਚ ਰੱਖਣਾ, ਕਿਉਂਕਿ ਹੋਰ ਕਿਸੇ ਵੀ ਸੈਕਟਰ ਦੇ ਵਿੱਚ ਰੁਜ਼ਗਾਰ ਉਪਲਬਧ ਨਹੀਂ। ਅੱਜ ਸਾਨੂੰ ਰੁਜ਼ਗਾਰ ਦੇ ਵਿੱਚ ਰੱਖਣ ਦੇ ਲਈ ਖੇਤੀ ਦਾ ਹੀ ਇਕੱਲਾ ਨਹੀਂ, ਨਵੀਆਂ ਫਸਲਾਂ ਦਾ ਵੀ, ਤੇ ਖੇਤੀ ਦਾ ਅੱਗੇ ਜਾ ਕੇ ਅਸੀਂ ਜਿਹੜਾ ਉਹਦਾ ਵੈਲਿਊ ਐਡੀਸ਼ਨ ਕਰਨਾ ਹੈ, ਉਹਦੇ ਹਿਸਾਬ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਉਦਯੋਗ ਲਾਉਣੇ ਨੇ ਖੇਤੀ ਨਾਲ ਸੰਬੰਧ, ਐਗਰੋ ਇੰਡਸਟਰੀ 'ਚ ਤਾਂ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਇਹ ਸਭ ਕੁਝ ਦੇ ਨਾਲ ਹੀ ਇੱਕ ਪਾਏਦਾਰ ਸਿਸਟਮ ਬਣ ਸਕਦਾ। ਜ਼ਰੂਰੀ ਹੈ ਅੱਜ ਸਾਨੂੰ ਇਸ ਗੱਲ, ਠੀਕ ਆ। ਬਿਲਕੁਲ ਬਿਲਕੁਲ, ਤੁਸੀਂ ਰੁਜ਼ਗਾਰ ਦੀ ਗੱਲ ਕੀਤੀ, ਖੇਤੀ ਦੇ ਵਿੱਚ ਕਿਹਦੇ ਨਾਲ ਰੁਜ਼ਗਾਰ ਵੀ ਵੱਧ ਸਕਦਾ, ਹੋਰ ਵੀ ਬੜੇ ਤਰੀਕੇ ਨੇ। ਪੰਜਾਬ ਦੇ ਵਿੱਚ ਅਕਸਰ ਬੇਰੁਜ਼ਗਾਰੀ ਦਾ ਰੌਲਾ ਜਿਹੜਾ ਅੱਜ ਵੀ ਆਪਾਂ ਦੇਖਦੇ ਹਾਂ ਕਿ ਟੈਂਕੀਆਂ ਤੇ ਚੜ੍ਹ ਗਏ, ਜਾਂ ਸਰਕਾਰ ਨੇ ਕਹਿ ਦਿੱਤਾ, ਚੇਤਾਵਨੀ ਦੇ ਦਿੱਤੀ ਚੰਨੀ ਸਾਹਿਬ ਉਹਨਾਂ ਨੇ ਕਿ ਜੇ ਚੜ੍ਹ ਗਏ ਤੇ ਪਰਚੇ ਚੜਾ ਦਿਆਂਗੇ। ਤੇ ਦੂਜੀ ਗੱਲ ਇਹ ਆ ਕਿ ਕੀ ਪੰਜਾਬ ਸਰਕਾਰ ਆਪਣੇ ਤੌਰ ਦੇ ਉੱਤੇ ਕੋਈ ਇਹੋ ਜਿਹਾ ਖੇਤੀ ਮਾਡਲ ਵਿਕਸਿਤ ਕਰਕੇ ਕਿਸਾਨਾਂ ਨੂੰ MSP ਤੇ ਯਕੀਨ ਜਿਹੜਾ ਦੇ ਸਕਦੇ? ਕਿਉਂਕਿ ਮੈਂ ਕੱਲ ਸੁਣ ਰਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਉਹ ਕਹਿੰਦੇ ਕਿ ਅਸੀਂ MSP ਤੇ ਗਰੰਟੀ ਦੇਵਾਂਗੇ। ਇਸ ਸਵਾਲ ਮੈਂ ਪਹਿਲਾਂ ਵੀ ਕੀਤਾ ਸੀ ਕਿ MSP ਦੇ ਉੱਤੇ ਗਰੰਟੀ ਕਿਸ ਢੰਗ ਦੇ ਨਾਲ, ਜੇ ਮੰਨ ਲਓ ਕਹਿੰਦੇ ਕਿ ਤੁਹਾਡੀ 20 ਰੁਪਏ ਦੀ ਸਬਜ਼ੀ ਜਿਹੜੀ MSP ਰੇਟ ਆ, ਤੇ ਜੇ 18 ਚ ਵਿਕਦੀ ਹੈ ਤਾਂ 2 ਰੁਪਏ ਸਬਸਿਡੀ ਉਹ ਤੇ ਪੰਜਾਬ ਸਰਕਾਰ ਦੇਗੀ, ਤੇ ਇਹਦੇ ਨਾਲ ਜਿਹੜਾ ਕਿਸਾਨਾਂ ਨੂੰ ਫਾਇਦਾ ਹੋਏਗਾ। ਕੀ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਪੰਜਾਬ ਦੇ ਵਿੱਚ ਲੱਗ ਸਕਦਾ, ਨਾਲੇ ਬੇਰੁਜ਼ਗਾਰੀ ਦੂਰ, ਨਾਲੇ ਕਿਸਾਨਾਂ ਦੀ MSP ਦੀ ਗਰੰਟੀ? MSP ਦੀ ਗਰੰਟੀ ਬਹੁਤ ਜ਼ਰੂਰੀ ਹੈ ਤੇ ਦਿੱਤੀ ਜਾ ਸਕਦੀ ਹੈ। ਐਸਾ ਕੁਝ ਨਹੀਂ ਹੈ ਭਾਰਤ ਸਰਕਾਰ ਹੀ ਦੇ ਸਕਦੀ ਹੈ, ਪਰ ਸਟੇਟਾਂ ਵੀ ਕੁਝ ਨਾ ਕੁਝ ਇਹਦੇ ਵਿੱਚ ਹੱਪੜੇ ਮਾਰ ਸਕਦੀਆਂ ਨੇ। ਤਾਂ ਮੇਰੇ ਹਿਸਾਬ ਨਾਲ ਜਿਵੇਂ ਤੁਸੀਂ ਦੇਖੋ, ਕੇਰਲਾ ਸਰਕਾਰ ਨੇ ਹਾਰਟੀਕਲਚਰ ਕ੍ਰਾਪਸ ਨੂੰ ਅਸੀਂ ਸਬਜ਼ੀਆਂ ਤੇ ਅਸੀਂ ਫਲ ਕਹਿੰਦੇ ਹਾਂ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੱਛੇ ਇਸ ਅੰਦੋਲਨ ਦੇ ਦੌਰਾਨ ਹੀ, ਕਿ ਅਸੀਂ ਫਸਲਾਂ ਦੀ ਲਾਗਤ ਉੱਤੇ 20% ਮੁਨਾਫਾ ਦੇਵਾਂਗੇ। ਜਿਵੇਂ ਸਵਾਮੀਨਾਥਨ ਕਿਹਾ ਕਿ ਲਾਗਤ ਦੇ ਉੱਤੇ 50% ਦੇ ਦਿਓ, ਇਸ ਤਰ੍ਹਾਂ ਹੀ ਰਮੇਸ਼ ਚੰਦ ਨੇ ਕਿਹਾ ਕਿ ਲਾਗਤ ਨੂੰ ਠੀਕ ਹੋਰ ਕਰਕੇ ਉਹਤੇ 10% ਦੇ ਦਿਓ, ਤਾਂ ਇਹ ਬਰਾਬਰ ਜੇ ਬਣ ਜਾਂਦੀਆਂ ਨੇ। ਤੇ ਜੇਕਰ ਸਬਜ਼ੀਆਂ ਉੱਤੇ ਕੇਰਲਾ ਸਰਕਾਰ 20% ਜਿਹੜਾ ਉਹ ਦੇ ਸਕਦੀ ਹੈ ਮੁਨਾਫਾ, ਜਿਹੜੀਆਂ ਬਹੁਤ ਛੇਤੀ ਖਤਮ ਹੋਣੀਆਂ ਨੇ, ਤਾਂ ਅਨਾਜ ਵਾਲੀਆਂ ਫਸਲਾਂ, ਤੇਲ ਬੀਜ ਤੇ ਦੂਜੇ ਕਮਰਸ਼ੀਅਲ ਕ੍ਰੌਪਸ ਤੇ ਦੇਣਾ ਬਹੁਤ ਸੌਖਾ ਕੰਮ ਹੈ। ਇਹਨਾਂ ਨੂੰ ਸਟੋਰ ਕੀਤਾ ਜਾ ਸਕਦਾ, ਇਹਨਾਂ ਦੀ ਸਪਲਾਈ ਜ਼ਿਆਦਾ ਹੈ ਤੇ ਇਹਨਾਂ ਦੀ ਲੋੜ ਵੀ ਜ਼ਿਆਦਾ ਹੈ। ਤਾਂ ਜੇਕਰ ਸਟੇਟ ਵੀ ਐਗਰੀਕਲਚਰ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਕਰ ਸਕਦੀ ਹੈ, ਪਰ ਮੁੱਖ ਜਿਹੜਾ ਇਸ ਦੇ ਵਿੱਚ ਜਿਹੜਾ ਸੈਂਟਰ ਸਰਕਾਰ ਹੈ ਇਹ ਉਹਨੂੰ ਹੀ ਕਰਨਾ ਹੁੰਦਾ, ਕਿਉਂਕਿ ਫੂਡ ਸਿਕਿਉਰਿਟੀ ਦਾ ਜਿਹੜਾ ਮਸਲਾ ਸੈਂਟਰ ਦੇ ਨਾਲ ਜੁੜਾ ਹੈ। ਭਾਵੇਂ ਖੇਤੀ ਰਾਜਾਂ ਦਾ ਸਬਜੈਕਟ ਹੈ, ਪਰ ਜਿਹੜਾ ਫੂਡ ਦਾ ਜਿਹੜਾ ਸਿਸਟਮ ਹੈ ਕਿ ਫੂਡ ਕਿਵੇਂ ਮੁਹੱਈਆ ਕਰਨਾ ਹੈ, ਫੂਡ ਸਿਕਿਉਰਿਟੀ ਕੰਟਰੀ ਨੂੰ ਕਿਵੇਂ ਦੇਣੀ ਹੈ, ਕਿਸ ਏਰੀਏ ਦੇ ਵਿੱਚ ਕਿਹੜੀ ਫਸਲ ਲੈ ਕੇ ਜਾਣੀ ਹੈ, ਕਿੱਥੋਂ ਬੀਜ ਹੋਣੀ ਹੈ, ਕਿਉਂਕਿ ਵੱਖ-ਵੱਖ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਫਸਲਾਂ ਹੁੰਦੀਆਂ ਨੇ, ਕਿਤੇ ਦਾਲਾਂ ਹੁੰਦੀਆਂ ਨੇ, ਕਿਤੇ ਤੇਲ ਬੀਜ ਹੁੰਦੇ ਨੇ, ਕਿਤੇ ਸਬਜ਼ੀਆਂ, ਫਰੂਟ, ਡਰਾਈ ਫਰੂਟ, ਤੇ ਉੱਥੋਂ ਲਿਆ ਕੇ ਸਾਰੇ ਇੰਡੀਆ ਨੂੰ ਅਸੀਂ ਜਿਹੜਾ ਇਹ ਫੂਡ ਦੇਣਾ ਹੁੰਦਾ। ਇਹ ਸੈਂਟਰ ਸਰਕਾਰ ਦਾ ਕੰਮ ਹੈ ਫੂਡ ਅਸ਼ੋਰ ਕਰਨਾ। ਇਸੇ ਕਰਕੇ MSP ਸੈਂਟਰ ਵੱਲੋਂ ਮਿਲਦੀ ਹੈ, ਤੇ ਬਾਕੀ ਭਾਵੇਂ ਚੀਜ਼ਾਂ ਨੂੰ ਸਟੇਟ ਬਣਿਆ ਮੁੱਖ ਰੂਪ ਦੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਉਹ ਸੈਂਟਰ ਸਰਕਾਰ ਦੀ ਬਣਦੀ ਹੈ। ਪਰ ਜੇ ਫਿਰ ਵੀ ਕੁਝ ਹਾਲਤਾਂ ਦੇ ਵਿੱਚ ਉਹ ਨਹੀਂ ਕਰਦੀ ਤਾਂ ਸਟੇਟਾਂ ਇਹਦੇ ਵਿੱਚ ਕਰ ਸਕਦੀਆਂ ਨੇ, ਉਹ ਕਰਨਾ ਚਾਹੀਦਾ, ਕਿਉਂਕਿ ਕੱਲਾ ਉਹ ਜਿੰਨਾ ਘਟਦੇ ਉਹ ਦੇਵੇ। ਇਹਦੇ ਵਿੱਚ ਉਹਦਾ ਪਬਲਿਕ ਪ੍ਰੋਕਿਉਰਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਕਿ ਸਰਕਾਰੀ ਖਰੀਦ ਹੋਵੇ। ਠੀਕ ਹੈ ਕਿ ਪ੍ਰਾਈਵੇਟਾਂ ਨੂੰ ਵੀ ਖੁੱਲ੍ਹ ਕਰਦੇ ਕਿ ਉਹ ਖਰੀਦ ਲੈਣ, ਪਰ ਘੱਟੋ ਘੱਟ ਸਮਰਥਨ ਮੁੱਲ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਇੰਨੇ ਕੁ ਤੱਕ ਲਈ ਲਵਾਂਗੇ, ਇਸ ਤੋਂ ਉੱਪਰ ਜੇ ਕਿਸੇ ਨੇ ਲੈਣਾ ਲੈ ਲਓ। ਜਿਵੇਂ ਪ੍ਰੋਕਿਉਰਮੈਂਟ ਪ੍ਰਾਈਸ ਦੀ ਵੀ ਗੱਲ ਕਰਦਾ, ਤਾਂ ਸਾਨੂੰ ਸਬਜ਼ੀਆਂ, ਫਲ ਇਹਦੇ ਵਾਸਤੇ ਸਟੋਰੇਜ ਵਾਸਤੇ, ਇਹਦੀ ਗੱਲ ਪ੍ਰੋਸੈਸਿੰਗ ਵਾਸਤੇ। ਪ੍ਰੋਸੈਸਿੰਗ ਪ੍ਰਾਇਮਰੀ ਪ੍ਰੋਸੈਸਿੰਗ ਹੋ ਸਕਦੀ ਹੈ, ਸੈਕੰਡਰੀ ਹੋ ਸਕਦੀ ਹੈ, ਗ੍ਰੇਡੇਸ਼ਨ ਹੋ ਸਕਦੀ ਹੈ। ਤੇ ਇਹ ਕਰਕੇ ਅਸੀਂ ਪਹਿਲਾਂ ਨੈਸ਼ਨਲ ਸਾਡੀ ਮੰਡੀ ਹੈ ਜਿਹੜੀ ਉਹਨੂੰ ਕੈਟਰ ਕਰੀਏ, ਫਿਰ ਇਸ ਤੋਂ ਬਾਅਦ ਅਸੀਂ ਦੇਖੀਏ ਕਿ ਬਾਹਰ ਕੀ ਚੀਜ਼ ਭੇਜੀ ਜਾ ਸਕਦੀ ਹੈ।
ਜਾਂ ਜਿਹੜੀਆਂ ਚੀਜ਼ਾਂ ਬਾਹਰੋਂ ਅਸੀਂ ਮੰਗਾਉਂਦੇ ਆ, ਜਿਵੇਂ ਦਾਲਾਂ ਅਸੀਂ ਬਾਹਰੋਂ ਮੰਗਾਉਂਦੇ ਆ, ਕਈ ਤੇਲ ਅਸੀਂ ਬਾਹਰੋਂ ਮੰਗਾਉਂਦੇ ਆ, ਉਹ ਇੱਥੇ ਆਸਾਨੀ ਨਾਲ ਹੋ ਸਕਦੇ ਨੇ। ਤਾਂ ਜਦੋਂ ਅਸੀਂ MSP ਸਾਰੀਆਂ 23 ਕ੍ਰੌਪਸ ਦੀ ਦੇਵਾਂਗੇ ਤਾਂ ਇਹਦੇ ਨਾਲ ਡਿਵਰਸਿਫਿਕੇਸ਼ਨ ਦਾ ਮਸਲਾ ਜਿਹੜਾ ਉਹ ਵੀ ਹੱਲ ਹੁੰਦਾ ਹੈ। ਇਹਦੇ ਨਾਲ ਹੋਰ এনवायरमेंट ਵੀ ਜਿਹੜੇ ਸਾਡੇ ਨੈਚੁਰਲ ਸੋਰਸ ਨੇ, ਭਾਵੇਂ ਪਾਣੀ ਦਾ ਹੈ, ਭਾਵੇਂ ਪੋਲੂਸ਼ਨ ਦੀ ਗੱਲ, ਭਾਵੇਂ ਮਿੱਟੀ ਦੀ ਸਿਹਤ ਦੀ ਗੱਲ ਹੈ, ਸਾਨੂੰ ਇਹਨਾਂ ਦਿਨਾਂ ਦੇ ਵਿੱਚ ਹਵਾ, ਸਾਡੀ 에ਅਰ ਕੁਆਲਿਟੀ ਦੀ ਉਹਦੀ ਗੱਲ ਹੈ, ਇਹ ਸਾਰੀ ਤਾਂ ਹੋਊਗੀ ਜੇਕਰ ਅਸੀਂ ਸਾਰੀਆਂ ਫਸਲਾਂ ਦਾ ਪਲੈਨਿੰਗ ਬਣਾ ਕੇ MSP ਦੇਵਾਂਗੇ ਕਿ ਕਿੱਥੇ ਕਿੱਥੇ ਕਰਨੀਆਂ ਨੇ। ਇਹ ਜ਼ਰੂਰੀ ਹੈ ਕਿ ਸਾਰੀਆਂ ਫਸਲਾਂ ਦੀ MSP ਹੈ ਜਿਹੜੀ ਦਿੱਤੀ ਜਾਵੇ, ਇਹ ਦਿੱਤੀ ਜਾ ਸਕਦੀ, ਇਹਦੇ ਤੋਂ ਕੋਈ ਵੱਡੇ ਪੈਸੇ ਨਹੀਂ, ਇਨਵੈਸਟਮੈਂਟ ਕਰਨਾ ਹੀ ਖੇਤੀ ਦੇ ਵਿੱਚ। ਬਿਲਕੁਲ ਜੀ। ਅੱਛਾ, ਇੱਕ ਸੁਖਪਾਲ ਸਿੰਘ ਜੀ, ਇਹਦੇ ਵਿੱਚ ਟ੍ਰੇਡ ਦੀ ਗੱਲ, ਜਦੋਂ ਵਪਾਰ ਦੀ ਗੱਲ ਹੁੰਦੀ ਹੈ, ਉੱਥੇ ਵਪਾਰੀਆਂ ਦਾ ਵੀ ਕਿਤੇ ਨਾ ਕਿਤੇ ਉਹ ਵੀ ਮੁਨਾਫਾ ਦੇਖਦੇ ਨੇ। ਜੇ ਕਿਸਾਨਾਂ ਨੇ ਮੁਨਾਫਾ ਦੇਖਣਾ, ਵਪਾਰੀ ਵੀ ਮੁਨਾਫਾ ਤੱਕਦੇ ਨੇ ਕਿ ਸਾਡਾ ਜੇ ਮੁਨਾਫਾ ਹੋਵੇਗਾ ਤਾਂ ਹੀ ਅਸੀਂ ਅੱਗੋਂ ਹੋਰ ਜਿਹੜੀ ਉਹ ਫਸਲ ਖਰੀਦਾਂਗੇ ਜਾਂ ਉਹਨੂੰ ਅੱਗੇ ਭੇਜਾਂਗੇ। ਕਿਉਂਕਿ ਇਹ ਟ੍ਰੇਡ ਦਾ ਜਿਹੜਾ ਮਸਲਾ ਹੈ, ਖੇਤੀ ਦੇ ਵਿੱਚ ਜਿਹੜੀ ਖਰੀਦ ਦਾ ਮਸਲਾ ਹੈ, ਵੈਸੇ ਇਹ ਪ੍ਰੋਕਿਉਰਮੈਂਟ ਸੈਂਟਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਤੇ ਸੈਂਟਰ ਸਰਕਾਰ ਇਹਦੀ ਪ੍ਰੋਕਿਉਰਮੈਂਟ ਕਰਕੇ, ਜਿਵੇਂ ਦੇਖੋ ਕਿ ਸਾਡੇ ਕੋਲੇ ਜਿਹੜੀ ਅਡਾਨੀ ਐਗਰੋ ਲੌਜਿਸਟਿਕ ਲਿਮਟਿਡ, ਜਿਹੜਾ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਆਪਣੇ ਸੈਲਰ ਬਣਾਏ ਹੋਏ ਨੇ, ਉਹਨਾਂ ਨੇ ਹੀ ਜਦੋਂ ਸ਼ਾਂਤਾ ਕੁਮਾਰ ਕਮੇਟੀ ਹੈ ਜਿਹੜੀ ਉਹ ਬੈਠਦੀ ਹੈ, ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ FCI ਉਹਨੂੰ ਬੰਦ ਕਰ ਦਿੱਤਾ ਜਾਵੇ, ਕਿਉਂਕਿ MSP ਦਾ ਫਾਇਦਾ ਸਿਰਫ ਥੋੜੇ ਜਿਹੇ ਲੋਕਾਂ ਨੂੰ ਹੁੰਦਾ ਹੈ। ਉਹ ਕਹਿੰਦੇ 6% ਪ੍ਰੋਡਕਸ਼ਨ ਹੀ MSP ਉੱਤੇ ਵਿਕਦਾ, ਬਾਕੀ ਤਾਂ 94% ਨਹੀਂ ਵਿਕਦਾ। ਇਸ ਕਰਕੇ ਸਾਨੂੰ MSP ਹੈ ਜਿਹੜੀ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈ, FCI ਨੂੰ ਬੰਦ ਕਰ ਦੇਣਾ ਚਾਹੀਦਾ। ਮਤਲਬ ਕਿ ਜਿਹੜਾ ਹੈਗਾ ਪ੍ਰੋਕਿਉਰਮੈਂਟ ਦਾ ਸਿਸਟਮ ਸਰਕਾਰ ਬੰਦ ਕਰ ਦੇ, ਪ੍ਰਾਈਵੇਟ ਨੂੰ ਦੇ ਦਿਓ। ਬੇਸਿਕਲੀ ਇਹਦੇ ਵਿੱਚ ਇਹ ਹੈ ਕਿ WTO ਦੀਆਂ ਜਿਹੜੀਆਂ ਨੀਤੀਆਂ ਨੇ, ਕਿ ਬਾਲੀ ਇੰਡੋਨੇਸ਼ੀਆ ਦੀ 2013 ਦੀ ਮੀਟਿੰਗ ਇਹ ਕਹਿੰਦੀ ਹੈ ਕਿ ਤੁਸੀਂ ਖੇਤੀ ਨੂੰ ਸਪੋਰਟ ਹੋਰ ਨਾ ਕਰੋ, ਕਿਉਂਕਿ ਐਗਰੀਮੈਂਟ ਨੂੰ ਐਗਰੀਕਲਚਰ ਦੇ ਵਿੱਚ ਇਹ ਆਉਂਦਾ ਹੈ ਕਿ ਤੁਸੀਂ ਜਿਹੜੀ ਖੇਤੀ ਹੈ ਉਹਨੂੰ ਡਾਇਰੈਕਟ ਸਪੋਰਟ ਨਹੀਂ ਦੇ ਸਕਦੇ। ਉਸਦੇ ਤਹਿਤ ਹੀ ਇਹਨਾਂ ਨੇ ਜਿਹੜਾ ਇਹ ਕਰਤਾ ਕਿ MSP ਡਾਇਰੈਕਟ ਸਪੋਰਟ ਇਹ ਨਾ ਦਿੱਤੀ ਜਾਵੇ, ਕਿਉਂਕਿ ਸਿੱਧਾ ਮੁਕਾਬਲਾ ਨਹੀਂ ਹੁੰਦਾ ਬਾਹਰੋਂ ਚੀਜ਼ਾਂ ਦਾ। ਉਸ ਤੋਂ ਬਾਅਦ ਇਹ ਕਾਨੂੰਨ ਚੱਲਦਾ ਹੁੰਦਾ, ਮਤਲਬ ਇੱਕ ਜਿਹੜਾ ਹੈਗਾ ਇਹ ਮਸਲਾ ਬੜੀਆਂ ਮੀਟਿੰਗਾਂ ਦੇ ਵਿੱਚ ਚੱਲਦਾ ਆ ਰਿਹਾ ਹੈ, ਤੇ 17 ਤੱਕ ਇਹ ਸੀਗਾ ਕਿ ਇਸ ਮਸਲੇ ਦਾ ਕੋਈ ਹੱਲ ਹੋ ਜੇ। ਫਿਰ ਉਹਨਾਂ ਨੇ ਪੀਸ ਕਲੌਜ ਦੇ ਵਿੱਚ ਇਹ ਦਿੱਤਾ ਕਿ ਕੁਝ ਟਾਈਮ ਹੋਰ ਦੇ ਦਿਓ। ਹੁਣ ਸਰਕਾਰ ਇੱਕ ਫਸੀ ਹੋਈ ਹੈ ਕਿ ਅੱਜ ਵੀ ਜਿਹੜੀ ਆ ਮੀਟਿੰਗ ਸ਼ੁਰੂ ਹੋਣੀ ਸੀ ਜਿਹੜੀ ਜਨੇਵਾ ਦੇ ਵਿੱਚ, ਭਾਵੇਂ ਉਹ ਪੋਸਟਪੋਨ ਹੋ ਗਈ, ਤਾਂ ਇਹ ਸਾਰੀਆਂ ਮੀਟਿੰਗ ਦੇ ਵਿੱਚ ਇਹੀ ਚੱਲਦਾ ਸੀ ਕਿ ਖੇਤੀ ਦੇ ਵਿੱਚ ਇਸ ਤਰ੍ਹਾਂ ਸਿੱਧਾ ਮੁਕਾਬਲਾ ਕਿਵੇਂ ਕਰਾਇਆ ਜਾਵੇ, ਕਿ ਜਿਹੜੇ ਕੰਟਰੀ ਇਹ ਸਪੋਰਟ ਦਿੰਦੇ ਨੇ ਉਹਨਾਂ ਦੀ ਬੰਦ ਕਰਵਾਈ ਜਾਵੇ। ਤਾਂ ਇਹ ਪੀਸ ਦੇ ਅੰਦਰ ਹੈਗਾ ਕਿ ਜੇਕਰ ਇਹ ਬੰਦ ਕਰਤੀ ਤਾਂ ਪੀਸ ਦਾ ਖਤਰਾ ਇੱਥੇ ਅਨਾਰਕੀ ਨਾ ਫੈਲ ਜਾਵੇ। ਅਸੀਂ ਕੁਛ ਨਾ ਕੁਛ ਲੋਕਾਂ ਨੂੰ ਰੁਜ਼ਗਾਰ ਦੇ ਵਿੱਚ ਰੱਖਣਾ ਹੈ, ਲੋਕਾਂ ਨੂੰ ਕੁਝ ਖਾਣ ਨੂੰ ਦੇਣਾ ਹੈ। ਇਸ ਸਿਲਸਿਲੇ ਦੇ ਵਿੱਚ ਹੀ ਇਹ ਜਿਹੜਾ ਨਵੇਂ ਕਾਨੂੰਨ ਵੀ ਜਿਹੜਾ ਨਵਾਂ ਰਿਫਾਰਮ ਆਉਂਦਾ ਹੈ ਉਸ ਤਹਿਤ ਹੀ ਆਏ, ਕਿਉਂਕਿ ਹਰੀ ਕ੍ਰਾਂਤੀ ਦਾ ਐਕਸਟੈਂਡਡ ਵਰਜਨ ਹੀ ਹੈ ਇਹ। ਪਹਿਲਾ ਫੇਜ਼ ਇਹ ਸੀਗਾ ਕਿ ਜਦੋਂ ਅਸੀਂ ਇਨਪੁੱਟ ਉੱਤੇ ਕੰਟਰੋਲ ਕੀਤਾ ਇਹਨਾਂ ਕੰਪਨੀਆਂ ਨੇ ਹਰੀ ਕ੍ਰਾਂਤੀ ਦੇ ਮਾਡਲ ਰਾਹੀਂ, ਹੁਣ ਨਵੇਂ ਕਾਨੂੰਨਾਂ ਰਾਹੀਂ ਇਹ ਕਰਨ ਜਾ ਰਹੇ ਆ ਕਿ ਅਸੀਂ ਆਊਟਪੁੱਟ ਉੱਤੇ ਵੀ ਕੰਟਰੋਲ ਕਰਨਾ, ਫਸਲ ਉੱਤੇ, ਭਾਵੇਂ EC ਦਾ ਕਾਨੂੰਨ, ਕੰਟਰੈਕਟ ਫਾਰਮਿੰਗ ਦਾ ਕਾਨੂੰਨ ਹੈ, ਭਾਵੇਂ APMC ਬਾਈਪਾਸ ਦਾ, ਤਿੰਨੋਂ ਕਾਨੂੰਨ ਨੇ ਜਿਹੜੇ ਉਹ ਇਸ ਗੱਲ ਨੂੰ ਕਰਦੇ ਆ ਕਿ ਅਸੀਂ ਪ੍ਰੋਡਕਸ਼ਨ ਉੱਤੇ ਵੀ ਕੰਟਰੋਲ ਕਰਨਾ ਹੈ, ਜਿਹੜੀਆਂ ਇਨਪੁੱਟ ਨੇ ਉਹਦੇ ਉੱਤੇ ਵੀ ਕੰਟਰੋਲ ਕਰਨਾ ਹੈ, ਮੰਡੀ ਉੱਤੇ ਕੰਟਰੋਲ ਕਰਨਾ ਹੈ। ਤਾਂ ਅੱਜ ਭਾਵੇਂ ਟ੍ਰੇਡਰ ਨੂੰ ਠੀਕ ਹੈ ਕਿ ਇਹਦੇ ਵਿੱਚ ਆਉਣ ਦੀ ਲੋੜ ਹੈ, ਉਹ ਆਪਣਾ ਬਿਜ਼ਨਸ ਕਰਨ, ਪ੍ਰੋਸੈਸਿੰਗ ਵੀ ਕਰਨ, ਪਰ ਮੁੱਖ ਰੂਪ ਦੇ ਵਿੱਚ ਸਾਡੀ ਜਿਹੜੀ ਸਰਕਾਰ ਹੈ ਉਹਨੂੰ ਪਬਲਿਕ ਪ੍ਰੋਕਿਉਰਮੈਂਟ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਅਸੀਂ ਮੰਡੀ ਦੇ ਵਿੱਚ ਇਹ ਛੱਡਤਾ, ਜਿਵੇਂ ਤੁਸੀਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਐਗਜ਼ਾਮਪਲ ਦਿੱਤੀ ਕਿ 2 ਰੁਪਏ ਜਿੰਨੇ ਘਟਣਗੇ ਅਸੀਂ ਦੇਵਾਂਗੇ ਸਰਕਾਰ, ਤਾਂ ਇਹਦੇ ਵਿੱਚ ਕਈ ਵਾਰੀ ਕਿ ਇਹਨੂੰ ਕਿਉਂਕਿ ਸਾਡੇ ਕੋਲ ਸੈਂਟਰ ਸਰਕਾਰ ਕੋਲ ਇੱਕ ਸਕੀਮ ਹੈ ਭਾਵ ਅੰਤਰ ਭੁਗਤਾਨ ਯੋਜਨਾ, ਕਿ ਭਾਅ ਦੇ ਵਿੱਚ ਰੇਟ ਦੇ ਵਿੱਚ ਜਿੰਨਾ ਅੰਤਰ ਆਊਗਾ ਉਹ ਅਸੀਂ ਭੁਗਤਾਨ ਕਰਾਂਗੇ, ਕਿ ਜਿੰਨਾ MSP ਤੋਂ ਥੱਲੇ ਵਿਕਿਆ ਅਸੀਂ ਪੂਰਾ ਕਰਾਂਗੇ। ਕੇਂਦਰ ਸਰਕਾਰ ਦੀ ਇੱਕ ਸਕੀਮ ਹੈ, ਪਰ ਉਹਦੇ ਬਹੁਤ ਸਟੇਟਾਂ ਦੇ ਵਿੱਚ ਉਸ ਤਰ੍ਹਾਂ ਲਾਗੂ ਨਹੀਂ ਹੋ ਸਕੀ, ਕਿਉਂਕਿ ਇਹ ਬੜਾ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਕਿੰਨੇ ਨੂੰ ਕਿਹੜੀ ਫਸਲ ਕਿੰਨੇ ਬੀਜੀ, ਖਾਸ ਕਰਕੇ ਸਬਜ਼ੀਆਂ ਦੇ ਵਿੱਚ ਹਰ ਰੋਜ਼ ਰੇਟ ਨੇ ਜਿਹੜੇ ਉਹ ਚੇਂਜ ਹੁੰਦੇ ਨੇ। ਤਾਂ ਇਹ ਵੀ ਰੇਟ ਸਾਨੂੰ ਇੱਕ ਕੀਮਤ ਇੱਕ ਫਿਕਸ ਕਰਨੀ ਪਊ, ਤੇ ਇਹਦੇ ਵਿੱਚ ਗੜਬੜਾ ਹੋਣ ਦੇ ਵੀ ਬਹੁਤ ਚਾਂਸ ਹੁੰਦੇ ਨੇ ਕਿ ਵਿਕੀ ਕਿੰਨੇ ਨੂੰ ਹੈ, ਲਿਖੀ ਕਿੰਨੇ ਨੂੰ ਹੈ। ਤਾਂ ਅਸਲ ਦੇ ਵਿੱਚ ਸਾਨੂੰ ਇਹ ਚਾਹੀਦਾ ਹੈ ਕਿ ਸਾਡੀ ਸਰਕਾਰ ਪ੍ਰੋਕਿਉਰਮੈਂਟ ਆਪ ਕਰੇ, ਭਾਵੇਂ ਉਹ ਹਰ ਵਾਰ ਜਿਵੇਂ ਸ਼ੁਰੂ ਦੇ ਵਿੱਚੋਂ ਹਾੜੀ ਦੇ ਵਿੱਚ, ਇੱਕ ਸੋਣੀ ਦੇ ਵਿੱਚੋਂ, ਹਰ ਏਰੀਏ ਹਰ ਸਟੇਟ ਦੇ ਵਿੱਚੋਂ ਖਰੀਦ ਲਏ, ਹੌਲੀ ਹੌਲੀ 2-3 ਸਾਲਾਂ ਨੂੰ ਇੱਕ ਫਸਲ ਹੋਰ ਇੰਟਰੋਡਿਊਸ ਕਰ ਲਏ, ਕਿਸੇ ਹੱਥ ਨਾਲ ਉਹਦਾ ਪ੍ਰਬੰਧ ਕਰਕੇ ਫਿਰ 4 ਕਰ ਲਏ। ਹਰ ਸਮੇਂ 23 ਫਸਲਾਂ ਦੀ ਖਰੀਦ ਹਰ ਇਲਾਕੇ ਵਿੱਚੋਂ ਕਰਨ ਦੀ ਲੋੜ ਨਹੀਂ। ਜਿਵੇਂ ਪੰਜਾਬ ਦੇ ਵਿੱਚ ਹਾੜੀ ਦੇ ਵਿੱਚ ਕਣਕ, ਸੋਣੀ ਦੇ ਵਿੱਚ ਫਰਜ਼ ਕਰੋ ਅਸੀਂ ਝੋਨਾ ਕਰਦੇ ਹਾਂ, ਹੌਲੀ ਹੌਲੀ ਅਸੀਂ ਨਰਮਾ ਨਾਲ ਕਰਨ ਲੱਗ ਜਾਂਦੇ ਹਾਂ, ਮੱਕੀ ਨਾਲ ਕਰਨ ਲੱਗ ਜਾਂਦੇ ਹਾਂ, ਤਾਂ ਸਾਡਾ
ਸਾਡੀ ਜਿਹੜੀ ਸਮੱਸਿਆ ਪਾਣੀ ਵਾਲੀ ਉਹ ਵੀ ਹੱਲ ਹੋ ਜੂਗੀ, ਅਸੀਂ ਉਧਰ ਨੂੰ ਜਾਣ ਲੱਗ ਜਾਵਾਂਗੇ। ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਇਹ ਕਣਕ ਝੋਨੇ ਨਾਲੋਂ ਵੱਧ ਮੁਨਾਫਾ ਦੇ ਸਕਦੀਆਂ ਜੇਕਰ ਉਹਨਾਂ ਦੀ MSP ਦਿੱਤੀ ਜਾਵੇ। ਨਾਲੇ ਨਾਈਟ੍ਰੋਜਨ ਫਿਕਸਿੰਗ ਨੇ, ਦਾਲਾਂ ਸਾਡੀਆਂ ਨਾਲੇ ਅਸੀਂ ਬਾਹਰੋਂ ਮੰਗਾਉਂਦੇ ਹਾਂ, ਤੇਲ ਵੀ ਅਸੀਂ ਬਾਹਰੋਂ ਮੰਗਾਉਂਦੇ ਹਾਂ, ਇੱਥੇ ਬਹੁਤ ਵਧੀਆ ਹੋ ਸਕਦੇ ਨੇ ਔਰ ਹੁੰਦੇ ਰਹੇ ਨੇ ਜੇਕਰ ਅਸੀਂ ਉਹਨਾਂ ਦਾ ਸਹੀ ਭਾਅ ਦੇ ਦਈਏ। ਤਾਂ ਇਹਦੇ ਨਾਲ ਕੀ ਹੈ, ਸਾਡਾ এনवायरमेंट ਵੀ ਬਚ ਜਾਊਗਾ, ਸਾਡੇ ਨੈਚੁਰਲ ਰਿਸੋਰਸ ਵੀ ਬਚ ਜਾਣਗੇ, ਸਾਡੀ ਇੰਪਲੋਇਮੈਂਟ ਵੀ ਮਿਲੂਗੀ। ਤਾਂ ਸਾਨੂੰ ਲੋੜ ਇਸ ਮੁਲਕ ਨੂੰ ਖੇਤੀ ਦੇ ਵਿੱਚ ਰੱਖਣਾ। ਖੇਤੀ ਦੇ ਵਿੱਚ ਬਹੁਤ ਸਾਰੀ ਮਾਡਰਨਾਈਜੇਸ਼ਨ ਹੋ ਸਕਦੀ ਹੈ, ਖੇਤੀ ਦੇ ਵਿੱਚ ਹੀ ਵਧੀਆ ਜ਼ਿੰਦਗੀ ਦਿੱਤੀ ਜਾਂਦੀ, ਖੇਤੀ ਵਧੀਆ ਹੋਣ ਨਾਲ ਹੀ ਸਿਹਤ ਵਧੀਆ ਹੋ ਸਕਦੀ ਹੈ। ਇਹ ਸਿਹਤ, ਕਿਉਂਕਿ ਖਾਣ ਵਾਲੀਆਂ ਚੀਜ਼ਾਂ ਸਾਡੀ ਸਿਹਤ ਨੂੰ ਇਫੈਕਟ ਕਰਦੀਆਂ ਨੇ, এনवायरमेंट ਨੂੰ ਇਫੈਕਟ ਕਰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਦੇਖ ਕੇ ਅੱਜ ਸਾਨੂੰ ਇਹ ਨਹੀਂ ਦੇਖਣਾ ਕਿ ਚਾਹੀਦਾ ਕਿ ਵਿਕਸਿਤ ਮੁਲਕਾਂ ਦੇ ਵਿੱਚ ਕੀ ਹੈ, ਸਾਨੂੰ ਆਪਣਾ ਮਾਡਲ ਤਿਆਰ ਕਰਕੇ ਇਹ ਸਾਰੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ। ਇੱਕ ਸੁਖਪਾਲ ਸਿੰਘ ਦੇ ਵਿੱਚ ਹੋਰ ਵੀ ਜਿਹੜਾ ਸਵਾਲ ਉੱਠਦਾ ਕਿ ਜੇ MSP ਦਾ ਕਾਨੂੰਨ ਬਣ ਗਿਆ ਤਾਂ ਕੀ ਇਹਦੇ ਨਾਲ ਜਿਹੜੀਆਂ ਸਬਸਿਡੀਆਂ ਨੇ ਉਹ ਖਤਮ ਕਰ ਦੇਣੀਆਂ ਚਾਹੀਦੀਆਂ, ਕਿਉਂਕਿ ਸਬਸਿਡੀ ਬਿਜਲੀ ਉੱਤੇ ਵੀ ਮਿਲਦੀ ਹੈ, ਉਧਰ ਵੀ ਸਰਕਾਰਾਂ ਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਲੱਗ ਜਾਂਦਾ। ਪੰਜਾਬ ਸਰਕਾਰ ਦਾ ਤਾਂ ਬਜਟ ਹੀ ਸਾਰਾ ਅੱਧਾ ਕਹਿੰਦੇ ਉਧਰਲੇ ਪਾਸੇ ਨੂੰ ਹਿੱਲ ਜਾਂਦਾ ਕਾਫੀ ਹੱਦ ਤੱਕ। ਕੀ ਉਹਦੇ ਤੋਂ ਵੀ ਫਿਰ ਕਿਉਂਕਿ ਜੇ ਕਿਸਾਨਾਂ ਦੀ ਆਮਦਨ ਵਧੇਗੀ ਤਾਂ ਫਿਰ ਉਹਨਾਂ ਨੂੰ ਉਹ ਸਬਸਿਡੀ ਦੇਣ ਦੀ ਲੋੜ ਹੈ ਜਾਂ ਨਹੀਂ ਹੈ? ਫਿਰ ਸੈਕਟਰ ਪੂਰੀ ਦੁਨੀਆ ਦੇ ਵਿੱਚ ਹੀ ਸਬਸਿਡੀ ਤੇ ਚੱਲਦਾ ਹੈ। ਜਦੋਂ ਅਸੀਂ ਖੇਤੀ ਸੈਕਟਰ ਦੀਆਂ ਜਿਹੜਾ ਉਤਪਾਦਨ ਹੈ, ਜਿਹੜੀ ਇਹ ਗੱਲ ਹੁੰਦੀ ਹੈ ਕਿ ਮਜ਼ਦੂਰ ਜਿਹੜਾ ਹੈਗਾ ਮਜ਼ਦੂਰ ਵਰਗ ਨੂੰ ਨੁਕਸਾਨ ਹੋਊਗਾ, ਉਹ ਇਹ ਹੈ ਕਿ ਦੋ ਹੀ ਚੀਜ਼ਾਂ ਨੇ ਵੀ ਜੇ ਇਨਪੁੱਟ ਨੂੰ ਜੇਕਰ ਸਸਤਾ ਕਰਕੇ ਰੇਟ ਥੋੜੇ ਜਿਹੇ ਘੱਟ ਰੱਖਣ ਜਾਂ ਆਊਟਪੁੱਟ ਨੂੰ ਮਹਿੰਗਾ ਕਰ ਦੇਣ। ਕਿਉਂਕਿ ਇਹ ਬੜਾ ਇਸੇ ਕਰਕੇ ਇੱਕ ਲੌਜਿਕ ਦਿੱਤਾ ਜਾਂਦਾ ਵੀ ਖੇਤੀ ਦੀਆਂ ਜਿਹੜੀਆਂ ਵਸਤਾਂ ਦੀਆਂ ਕੀਮਤਾਂ ਜ਼ਿਆਦਾ ਨਹੀਂ ਵਧਾਈਆਂ ਜਾ ਸਕਦੀਆਂ, ਕਿਉਂਕਿ ਗਰੀਬਾਂ ਨੇ 80-90% ਆਪਣੇ ਪੇਟ ਭਰਨ ਉੱਤੇ ਲਾਉਣਾ ਹੁੰਦਾ, ਉਹ ਖੇਤੀ ਚੋਂ ਹੁੰਦਾ। ਤਾਂ ਸਾਨੂੰ ਖੇਤੀ ਨੂੰ ਇੱਕ ਵਾਰ ਕੁਛ ਨਾ ਕੁਛ ਇਸ ਤਰ੍ਹਾਂ ਦੀ ਜਿਹੜੇ ਰਾਹਤਾਂ ਉਹ ਦੇਣੀਆਂ ਹੀ ਪੈਂਦੀਆਂ। ਇਹਦੇ ਨਾਲ ਕੀ ਹੈ ਕਿ ਹੁਣ ਵੀ ਜਿਹੜਾ ਹੈਗਾ ਗਿਣਤੀ ਜਿਹੜੀ ਉਹ ਨਹੀਂ ਜ਼ਿਕਰ ਕੀਤੀ ਜਾਂਦੀ, ਉਹ ਕੱਢ ਦਿੱਤੀਆਂ ਜਾਂਦੀਆਂ ਨੇ, ਜਾਂ ਤਾਂ ਕੋਸਟਾਂ ਦੇ ਵਿੱਚ ਉਹਨੂੰ ਉਸ ਤਰ੍ਹਾਂ ਜੋੜ ਲਿਆ ਜਾਵੇ। ਜਿਹੜੀਆਂ ਚੀਜ਼ਾਂ ਫ੍ਰੀ ਸਾਨੂੰ ਮਿਲਦੀਆਂ ਨੇ ਖੇਤੀ ਨੂੰ ਸਬਸਿਡਾਈਜ਼ਡ, ਉਹਨਾਂ ਨੂੰ MSP ਵਿੱਚੋਂ ਕੱਢ ਦਿੱਤਾ ਜਾਂਦਾ, ਕਿਉਂਕਿ ਇਹ ਕਹਿੰਦੇ ਨੇ ਇਹ ਤਾਂ ਪਾਈਆਂ ਹੀ ਨਹੀਂ ਹੈਗੀਆਂ। ਜਿਵੇਂ ਸਾਡਾ ਪਾਵਰ ਸਬਸਿਡੀ ਹੈ ਸਾਡੀ, ਉਹ ਸਬਸਿਡੀ ਜਿਹੜੀ ਖੇਤੀ ਦੀਆਂ ਜਦੋਂ ਕੋਸਟਾਂ ਗਿਣਦੇ ਉਹ ਨਹੀਂ ਪਾਈ ਜਾਂਦੀ। ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨੂੰ ਇੱਕ ਸ਼ੁਰੂ ਦੇ ਵਿੱਚ ਠੀਕ ਹੈ ਕਿ ਇਹਦੀ ਲੋੜ ਹੈ, ਹੌਲੀ ਹੌਲੀ ਇਹਨੂੰ ਟੇਪਰ ਕਰਕੇ ਘਟਾਇਆ ਜਾ ਸਕਦਾ ਹੈ ਤੇ ਇਹਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਕਿ ਪਰ ਇਹ MSP ਨਾਲ ਨਹੀਂ ਹੋਣਾ, ਇਕੱਲੀ ਨਾਲ। MSP ਨਾਲ ਇਹ ਨਹੀਂ ਕਿ ਵੱਡੇ ਉਹ ਅਮੀਰ ਬਣ ਜਾਣਗੇ ਜਾਂ ਬੜੇ ਉਹਨਾਂ ਦੇ ਬਾਰੇ ਨਾਰੇ ਹੋ ਜਾਣਗੇ। MSP ਤਾਂ ਘੱਟੋ ਘੱਟ ਕੀਮਤ ਹੈ, ਇਹਦੇ ਨਾਲ ਤਾਂ ਉਹ ਆਪਣਾ ਕਰਜ਼ੇ ਤੋਂ ਬਚ ਸਕਦੇ ਨੇ, ਇਹਦੇ ਨਾਲ ਉਹ ਖੁਦਕੁਸ਼ੀਆਂ ਤੋਂ ਬਚ ਸਕਦੇ ਨੇ, ਇਹਦੇ ਨਾਲ ਉਹ ਖੇਤੀ 'ਚ ਰਹਿ ਸਕਦੇ ਨੇ। ਇਹਦੇ ਨਾਲ ਇਹ ਨਹੀਂ ਕਿ ਉਹ ਬੜਾ ਵਧੀਆ ਜੀਵਨ ਹੈ ਜਿਹੜਾ ਉਹ ਉਹਨਾਂ ਦਾ ਬਣ ਜਾਊਗਾ। ਵਧੀਆ ਜੀਵਨ ਬਣਾਉਣ ਲਈ ਤਾਂ ਸਾਨੂੰ ਉਹਨਾਂ ਨੂੰ ਲਾਹੇਵੰਦ ਭਾਅ ਉਸ ਤੋਂ ਵੱਧ, ਔਰ ਉਸ ਤੋਂ ਬਾਅਦ ਉਹਨੂੰ ਪ੍ਰੋਸੈਸਿੰਗ ਵੱਲ ਲਿਜਾ ਕੇ ਉੱਥੇ ਜਿਹੜਾ ਹੈਗਾ ਇੰਡਸਟਰੀ ਡਿਵੈਲਪ ਕਰਕੇ, ਉੱਥੇ ਦਾ ਟ੍ਰੇਡ ਡਿਵੈਲਪ ਕਰਕੇ, ਤਾਂ ਇਹ ਇੱਕ ਟੈਕਨੀਕਲ ਜਾਂ ਸਕਿੱਲ ਲੇਬਰ ਵੱਲ ਲਿਜਾ ਕੇ ਉੱਥੇ ਹੀ ਦਿੱਤਾ ਜਾ ਸਕਦਾ। ਇਹ ਨਹੀਂ ਕਿ ਜੇ ਬਸ ਆਪਾਂ ਬਿਜਲੀ ਦੇ ਬਿੱਲ ਲਾਉਣ ਲੱਗ ਜਾਈਏ ਹੁਣ ਮੋਟਰਾਂ ਦੇ, ਇਹਦੇ ਨਾਲ ਇਹਨਾਂ ਦਾ ਬਹੁਤ ਫਾਇਦਾ ਹੋ ਜਾਊਗਾ। ਜਾਂ MSP ਇੰਨੀ ਤਾਂ ਆਪਾਂ ਦੇ ਹੀ ਨਹੀਂ ਸਕਦੇ। ਤਾਂ ਸਾਨੂੰ ਇਨਪੁੱਟ ਉੱਤੇ ਸਬਸਿਡੀ ਦੇਣਾ ਵੀ ਇੱਕ ਢੰਗ ਹੈ ਜਿਹਦੇ ਨਾਲ ਕ੍ਰੌਪ ਦੀਆਂ ਪ੍ਰਾਈਸਾਂ ਇੰਨੀਆਂ ਜ਼ਿਆਦਾ ਨਾ ਹੋ ਜਾਣ ਕਿ ਉਹ ਗਰੀਬਾਂ ਦੀ ਮਾਰ ਚੋਂ ਵੀ ਲੰਘ ਜਾਣ। ਤੇ ਸਾਨੂੰ ਇੰਟਰਨੈਸ਼ਨਲ ਪ੍ਰੈਸ਼ਰ ਦੇ ਥੱਲੇ ਆ ਕੇ ਨਹੀਂ ਰੱਖਣਾ ਚਾਹੀਦਾ। ਸਾਨੂੰ ਸ਼ੁਰੂ ਦੇ ਵਿੱਚ ਇਹ ਸਬਸਿਡੀਆਂ ਦੇਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੋਫਿਟੇਬਲ ਬਣਾ ਕੇ ਜਦੋਂ ਅਸੀਂ ਟੈਕਨੀਕਲੀ ਡਿਵੈਲਪ ਕਰ ਲਿਆ, ਦੂਜਾ ਸੈਕਟਰ ਵੀ ਕਰ ਲਿਆ, ਤੀਜਾ ਸੈਕਟਰ ਵੀ ਕਰ ਲਿਆ, ਉਹਨਾਂ ਦੇ ਵਿੱਚ ਆ ਕੇ ਫੇਰ ਇਹ ਬੰਦ ਹੋ ਸਕਦੇ ਬਰਾਬਰ। ਮੇਰਾ ਆਖਰੀ ਸਵਾਲ ਹੈ ਸੁਖਪਾਲ ਸਿੰਘ ਜੀ ਕਿ MSP ਨੂੰ ਲੈ ਕੇ ਇੱਕ ਜਿਹੜੀਆਂ ਸਿਫਾਰਸ਼ਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੇ ਦਿੱਤੀਆਂ ਸੀਗੀਆਂ, ਹੁਣ ਇਹ ਕਹਿੰਦੇ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ, ਸਰਕਾਰ ਤੇ ਕਿਸਾਨ ਨੁਮਾਇੰਦੇ ਉਹਦੇ ਵਿੱਚ ਸ਼ਾਮਲ ਹੋਣਗੇ, ਉਹ ਕੀ ਤੈਅ ਕਰਦੇ ਨੇ ਸਮਾਂ ਦੱਸੂ। ਪਰ ਕਿਉਂਕਿ ਸਾਰਾ ਰੇਟ ਜਿਹੜਾ ਤੈਅ ਕਰਨਾ ਉਹ ਤਾਂ ਕੇਂਦਰ ਦੇ ਅੰਡਰ ਹੀ ਰਹਿਣਾ। ਜੇ ਕੱਲ ਨੂੰ ਉਹਨਾਂ ਨੇ MSP ਦੇ ਵਿੱਚ ਉਹਨਾਂ ਕੀਮਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਟੌਤੀ ਕਰ ਦਿੱਤੀ, ਫਿਰ MSP ਤੋਂ ਬਾਅਦ ਕਿਹੜਾ ਬਦਲ ਕਿਸਾਨ ਲੱਭਣਗੇ? ਇਹਦੇ ਵਿੱਚ ਵੀ ਕਿਤੇ ਨਾ ਕਿਤੇ ਬਚਾਅ ਹੈ ਜਾਂ ਨਹੀਂ ਹੈ? ਹਮੇਸ਼ਾ ਇਹ ਤਾਂ ਰਹੂਗਾ ਕਿ ਸੈਂਟਰ ਸਰਕਾਰ ਕੋਲੇ ਬਹੁਤ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਇਹਨੂੰ ਇਸ ਤਰ੍ਹਾਂ ਕਰਟੇਲ ਕਰ ਸਕਦੀ ਹੈ। ਜਿਵੇਂ ਸਾਡੇ ਕੋਲ ਪਹਿਲਾਂ ਵੀ ਬਹੁਤ ਸਾਡੇ ਪੱਖ 'ਚ ਪਏ ਨੇ ਪਰ ਉਹਨੂੰ ਲਾਗੂ ਨਹੀਂ ਕਰਦੀ। ਅਸੀਂ ਮੰਗ ਕੀ ਰਹੇ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਸਵਾਮੀਨਾਥਨ ਦੀ ਰਿਪੋਰਟ ਹੈ ਸੱਚ ਕੀ ਹੈ ਕਿ ਨੈਸ਼ਨਲ ਕਮਿਸ਼ਨ ਔਨ ਫਾਰਮਰਜ਼ ਦੀ ਰਿਪੋਰਟ ਹੈ ਜਿਹਦਾ ਹੈਡ ਸਵਾਮੀਨਾਥਨ ਸੀ। ਤਾਂ ਇੱਕ ਭਾਰਤ ਸਰਕਾਰ ਦੇ ਆਪਣੇ ਨੈਸ਼ਨਲ ਕਮਿਸ਼ਨ ਔਨ ਫਾਰਮਰਜ਼
ਦੀ ਰਿਪੋਰਟ ਹੈ, ਉਹਨੂੰ ਛੋਟਾ ਕਰਕੇ ਅਸੀਂ ਸਵਾਮੀਨਾਥਨ ਕਹਿ ਲੈਂਦੇ ਹਾਂ। ਇਹ ਕਿਸੇ ਵਿਅਕਤੀ ਦੀ ਰਿਪੋਰਟ ਨਹੀਂ, ਕਮਿਸ਼ਨ ਦੀ ਰਿਪੋਰਟ ਹੈ, ਸਰਕਾਰ ਦੇ ਆਪਣੇ ਕਮਿਸ਼ਨ ਦੀ ਰਿਪੋਰਟ ਹੈ। ਤਾਂ ਜਦੋਂ ਸਾਨੂੰ ਇਹ 2005 ਦੇ ਵਿੱਚ ਰਿਪੋਰਟ ਆਉਂਦੀ ਹੈ, ਅੱਜ 16 ਸਾਲ ਹੋ ਗਏ, ਅੱਜ ਵੀ ਅਸੀਂ ਇਹ ਮੰਗ ਰਹੇ ਹਾਂ ਕਿ ਤੁਸੀਂ ਆਪਣੇ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿਓ, ਉਹ ਵੀ ਨਹੀਂ ਕੀਤੀ ਜਾ ਰਹੀ। ਉਸ ਤੋਂ ਬਾਅਦ ਸਰਕਾਰ ਨੇ 2013-14 ਦੇ ਵਿੱਚ ਫਿਰ ਰਮੇਸ਼ ਚੰਦ ਕਮੇਟੀ ਬਿਠਾਈ ਕਿ ਸਵਾਮੀਨਾਥਨ ਨਾਲੋਂ ਵੱਧ ਦਿੱਤਾ ਜਾਵੇ। ਉਹਦੇ ਵਿੱਚ ਉਹਨੇ 3-4 ਚੀਜ਼ਾਂ ਹੋਰ ਪਾਤੀਆਂ ਕਿ ਟੈਕਨੀਕਲੀ ਇਹ ਜਿਹੜੀ ਕਾਸਟ ਹੈ ਹੋਰ ਵੱਧ ਹੋਣੀ ਚਾਹੀਦੀ ਹੈ। ਤਾਂ ਹੁਣ ਚਾਹੀਦਾ ਇਹ ਹੈ ਕਿ ਸਵਾਮੀਨਾਥਨ ਤੋਂ ਬਾਅਦ ਜਿਹੜੀ ਰਮੇਸ਼ ਚੰਦ ਕਮੇਟੀ ਦੀ ਰਿਪੋਰਟ ਹੈ, ਦੋਵੇਂ ਸਰਕਾਰੀ ਰਿਪੋਰਟਾਂ ਨੇ, ਉਹ ਰਿਪੋਰਟ ਦੇ ਹਿਸਾਬ ਨਾਲ ਕਾਸਟਾਂ ਨੂੰ ਮਿਣ ਕੇ ਉਸ ਉੱਤੇ 50% ਦਿੱਤਾ ਜਾਵੇ। ਈਵਨ ਜੇ ਉਸ ਉੱਤੇ 20% ਵੀ ਦਿੱਤਾ ਜਾਂਦਾ ਹੈ ਤਾਂ ਵੀ ਉਹ ਸਵਾਮੀਨਾਥਨ ਨਾਲੋਂ ਵੱਧ ਬਣ ਜਾਂਦਾ ਹੈ। ਸਵਾਮੀਨਾਥਨ 50% ਦਾ ਮਤਲਬ ਬੇਸਿਕਲੀ 15% ਹੀ ਹੈ, ਕਿਉਂਕਿ 35% ਤਾਂ ਉਹ ਲਾਗਤਾਂ ਨੂੰ ਗਿਣਦੇ ਹੀ ਨਹੀਂ ਹੈਗਾ ਸਵਾਮੀਨਾਥਨ। ਤਾਂ ਇਹ ਲਾਗਤਾਂ ਫਿਰ ਰਮੇਸ਼ ਚੰਦ ਕਮੇਟੀ ਸਹੀ ਗਿਣਦੀ ਹੈ ਕਿ ਤਕਨੀਕੀ ਲੇਬਰ ਪਾਈ ਜਾਵੇ, ਠੇਕਾ ਸਹੀ ਪਾਇਆ ਜਾਵੇ, ਪੂੰਜੀ ਦਾ ਵਿਆਜ ਪਾਇਆ ਜਾਵੇ, ਮੰਡੀ ਤੱਕ ਦੇ ਚਾਰਜ ਪਾਏ ਜਾਂਦੇ, 4 ਚੀਜ਼ਾਂ ਪਾ ਕੇ ਹੋਰ 35% ਵਾਧਾ ਹੋ ਜਾਂਦਾ ਹੈ। ਉਸ ਉੱਤੇ ਭਾਵੇਂ ਫਿਰ 50% ਦੇਣ ਦੀ ਲੋੜ ਨਹੀਂ, 20% ਹੀ ਦੇ ਦਿਓ, ਤਾਂ ਵੀ ਜਿਹੜਾ ਕਿਸਾਨ ਨੂੰ MSP ਹੈ ਜਿਹੜੀ ਮਿਲਦੀ ਹੈ ਇਹਦੇ ਨਾਲੋਂ ਵੱਧ ਮਿਲ ਜੂਗਾ। ਤਾਂ ਸਾਨੂੰ ਅੱਜ ਲੋੜ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਜਦੋਂ ਹੀ MSP ਬਣਾਉਣੀ ਹੈ ਤਾਂ ਸਾਡੇ ਕੋਲ ਇੱਕ ਫਾਰਮੂਲਾ ਹੈਗਾ, ਕਮੇਟੀ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਪਾਉਂਦਾ ਹੈ ਉਹ ਨਿਸ਼ਚਿਤ ਕੀਤੀਆਂ ਜਾਣ ਕਿ ਇੰਨਾ ਲਾਗਤ ਹੈ, ਉਹਦੇ ਉੱਤੇ ਪ੍ਰੋਫਿਟ ਦਿੱਤਾ ਜਾਵੇ। ਇਹ ਠੀਕ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ 'ਚ ਜਿਹੜਾ ਉਹ ਇਸ ਤਰ੍ਹਾਂ ਦਾ ਮੈਨੇਜ ਕੀਤਾ ਜਾ ਸਕਦਾ ਹੈ ਕਿ ਕਾਸਟਾਂ ਨੂੰ ਘੱਟ ਰੱਖਣ, ਕਿਉਂਕਿ ਸਾਰੇ ਇੰਡੀਆ ਦੀਆਂ ਲਾਗਤਾਂ ਦੇਖੀਆਂ ਜਾਂਦੀਆਂ ਨੇ ਕਿ ਕਿੱਥੇ ਕੀ ਪਾਇਆ ਜਾਂਦਾ। ਉਹਨੂੰ ਫਿਰ ਅਸੀਂ ਪ੍ਰੋਡਕਸ਼ਨ ਨਾਲ ਵੇਟ ਦਿੰਦੇ ਹਾਂ ਕਿ ਕਿੱਥੇ ਕਿੰਨਾ ਪ੍ਰੋਡਕਸ਼ਨ ਹੁੰਦਾ ਹੈ, ਉਹ ਉਨੀ ਵੇਟ ਉਹਨੂੰ ਚਲੀ ਜਾਂਦੀ ਹੈ। ਤਾਂ ਇਸ ਹਿਸਾਬ ਨਾਲ ਇੱਕ ਟੈਕਨੀਕਲ ਜਿਹਾ ਫਾਰਮੂਲਾ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਥੋੜੀਆਂ ਮੋਟੀਆਂ ਜਿਹੜੀਆਂ ਗੜਬੜਾਂ ਹੋਣ ਦੇ ਚਾਂਸ ਹੁੰਦੇ ਨੇ, ਤੇ ਇਹਨੂੰ ਠੀਕ ਰੱਖਣ ਦੀ ਲੋੜ ਹੈ। ਕਿ ਇਸ ਕਰਕੇ ਇਹ ਹੈ ਕਿ ਕਮੇਟੀ ਹੈ ਜਿਹੜੀ ਉਹ ਬਣੇ, ਉਹ ਕਿਸਾਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਰਾਏ ਮੁਤਾਬਕ ਬਣਾਈ ਜਾਵੇ। ਇਸ ਤਰ੍ਹਾਂ ਸਟੇਟ ਨੇ ਜਿਹੜੇ ਖਾਸ ਕਰਕੇ ਐਗਰੀਕਲਚਰ, ਜਿਵੇਂ ਪੰਜਾਬ ਹੈ, ਹਰਿਆਣਾ ਹੈ, ਇਹਨਾਂ ਸਟੇਟਾਂ ਦੀ ਵੀ ਉੱਥੇ ਜਿਹੜੀ ਪੁੱਛ ਪੜਤਾਲ ਹੋਵੇ ਉਹ ਕਮੇਟੀ ਬਣਨ 'ਚ, ਕਿਉਂਕਿ ਬੜਾ ਪੇਚੀਦਾ ਮਸਲਾ ਹੈ ਕਿ ਤੁਸੀਂ ਭਾਵੇਂ ਸਵਾਮੀਨਾਥਨ ਵੀ ਹੈਗਾ, ਰਮੇਸ਼ ਚੰਦ ਵੀ ਹੈਗਾ, ਫੇਰ ਵੀ ਇਸ ਨੂੰ ਦੇਖਣਾ ਹੈ ਕਿ MSP ਕਿਵੇਂ ਤੈਅ ਕਰਨੀ ਤੇ ਕਿੰਨੀ ਕਰਨੀ, ਹਰ ਸਾਲ ਉਹਦੇ ਵਿੱਚ ਕਿਵੇਂ ਵਾਧਾ ਕਰਨਾ ਹੈ, ਕਿ ਸੂਚਕਾਂਕ ਨਾਲ ਜੋੜਨਾ ਹੈ ਜਾਂ ਕਾਸਟਾਂ ਨਾਲ ਜੋੜਨਾ ਹੈ। ਇਹ ਸਾਰਾ ਕੁਝ ਦੇਖ ਕੇ ਹੀ ਅਸੀਂ ਅਸਲ ਆਮਦਨ ਹੈ ਜਿਹੜੀ ਉਹ ਕਿਸਾਨਾਂ ਦੀ ਸਹੀ ਦੇ ਸਕਦੇ ਹਾਂ। ਤੇ ਇਸ ਕਰਕੇ ਜ਼ਰੂਰੀ ਆ ਵੀ ਕਿ ਵਧੀਆ ਕਮੇਟੀ ਬਣੇ ਤੇ ਉਹ ਕਿਸਾਨਾਂ ਨੂੰ MSP ਦੇਵੇ, ਤੇ ਇਹਦੇ ਨਾਲ ਕਿਸਾਨੀ ਦਾ, ਖੇਤੀ ਦਾ, ਉਦਯੋਗਾਂ ਦਾ, ਬਾਕੀ ਸਾਰੇ ਸੈਕਟਰਾਂ ਦਾ ਵੀ ਭਲਾ ਹੋ ਸਕਦਾ ਹੈ। ਜੀ ਸ਼ੁਕਰੀਆ ਸੁਖਪਾਲ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਪ੍ਰਮੁੱਖ ਅਰਥ ਸ਼ਾਸਤਰੀ ਸਰਦਾਰ ਸੁਖਪਾਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਨੇ, ਜਿਹੜੀਆਂ ਰეკਮੈਂਡੇਸ਼ਨ MSP ਨੂੰ ਲੈ ਕੇ ਭਾਰਤ ਸਰਕਾਰ ਪਹਿਲਾਂ ਮੰਗਦੀ ਰਹੀ ਹੈ, ਉਸ ਕਮੇਟੀ ਦੇ ਵੀ ਮੁਖੀ ਰਹੇ ਨੇ। ਓਵਰਆਲ ਅਸੀਂ ਕਹਿ ਸਕਦੇ ਹਾਂ ਕਿ MSP ਨੂੰ ਲੈ ਕੇ ਸ਼ਾਇਦ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਸ ਚਰਚਾ ਦੇ ਵਿੱਚ ਲਏ ਨੇ। ਤੁਸੀਂ ਉਹਨਾਂ ਤੇ ਵਿਚਾਰ ਕਰੋ, ਆਪਣੇ ਵਿਚਾਰ ਕਮੈਂਟ ਵੀ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।